हम ना सकत कर सिफत तुम्हारी, आप ले हो तुम कथा सुधारी। कहानी गुरु बखानी, सिखियन मानी महिमा ताहे। सुन सगरे पग पंकज बंद है, तुमरे चलत लखे नह जाहे। खेल आपके अचरज दीरग, देखत सुनत सकल बिसमाहे। श्री नानक तज उत्तम जातन, जाए बसेला लोकर माहे। वाहिगुरु जी का खालसा, वाहिगुरु जी की फतेह। सत्कारयोग गुरु की साजी नवाजी, गुरु रूप गुरु खालसा साध संगत जीओ। आप जी गुरु चरनां 'ਚ बैठ के अपने जीवन दीयां कीमती घड़ियां नूं सफलियां कर रहे हो। बहुत वड्डे भागां वाले हो। गुरु की अमृतमयी गुरबाणी, अमृतमयी नितनेम दा पाठ सौदा रहराज साहिब जी दा सरवण कीता है। आरती आरती दा कीर्तन सुनिया है भाई साहब रियाम सिंह जी दे जथे पासों। ਹੁਣ ਗੁਰੂ ਇਤਿਹਾਸ ਦੀ ਲੜੀਵਾਰ ਕਥਾ ਦਾ ਆਨੰਦ ਮਾਣੀਏ। ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਸੱਚੇ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਜਿਨ੍ਹਾਂ ਗੁਰਸਿੱਖਾਂ ਨੇ ਘਾਲਣਾ ਘਾਲੀ ਹੈ, ਨਾਮ ਜਪਿਆ, ਕਿਰਤ ਕੀਤੀ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਈ, ਉਹਨਾਂ ਗੁਰਸਿੱਖਾਂ ਦੀਆਂ ਮਹਾਨ ਘਾਲਣਾ ਹਨ। ਅਰਦਾਸ ਵਿੱਚ ਜਿੱਥੇ ਅਸੀਂ ਰੋਜ਼ 10 ਪਾਤਸ਼ਾਹੀਆਂ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, 5 ਪਿਆਰਿਆਂ ਨੂੰ, 4 ਸਾਹਿਬਜ਼ਾਦਿਆਂ ਨੂੰ, 40 ਮੁਕਤਿਆਂ ਨੂੰ ਯਾਦ ਕਰਦੇ ਹਾਂ, ਉੱਥੇ ਗੁਰੂ ਘਰ ਦੇ ਬੇਅੰਤ ਮਹਾਂਪੁਰਸ਼ਾਂ ਨੂੰ, ਪਿਆਰਿਆਂ ਸਚਿਆਰਿਆਂ, ਹਠੀਆਂ ਤਪੀਆਂ ਜਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਈ, ਦੇਖ ਕੇ ਨਿਠ ਕੀਤਾ, ਉਹਨਾਂ ਗੁਰੂ ਲਾਲਾਂ ਨੂੰ, ਗੁਰੂ ਪਿਆਰਿਆਂ ਨੂੰ ਵੀ ਯਾਦ ਕਰਦੇ ਹਾਂ। ਕਿਉਂਕਿ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਜੋਤ ਹੀ, ਗੁਰੂ ਨਾਨਕ ਸਾਹਿਬ ਦੀ ਸਿੱਖਿਆ, ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਸਾਰੇ ਪਾਸੇ ਪਸਰਿਆ ਹੈ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਿਆ ਹੈ, ਗੁਰੂ ਸਿੱਖਾਂ ਵਿੱਚ ਗੁਰੂ ਵਰਤਿਆ ਹੈ। ਗੁਰਸਿੱਖਾਂ ਵਿੱਚ ਤੇ ਗੁਰੂ 'ਚ ਕੋਈ ਫਰਕ ਨਹੀਂ ਹੈ। ਜਿਨ੍ਹਾਂ ਲੋਕਾਂ ਦਾ ਭਰਮ ਨਹੀਂ ਮਿਟਿਆ, ਉਹਨਾਂ ਨੂੰ ਤਾਂ 10 ਪਾਤਸ਼ਾਹੀਆਂ ਵਿੱਚ ਵੀ ਫਰਕ ਦਿਸਦਾ ਹੈ, ਅਤੇ ਜਿਨ੍ਹਾਂ ਦਾ ਭਰਮ ਮਿਟ ਗਿਆ ਹੈ, ਉਹਨਾਂ ਦੇ ਸਾਰੇ ਭਰਮ ਭੁਲੇਖੇ, ਫਰਕ, ਵਖਰੇਵੇਂ ਮਿਟ ਜਾਂਦੇ ਹਨ। ਸੋ ਗੁਰੂ ਸਾਹਿਬ ਜੀ ਮਹਾਰਾਜ ਆਪਣੇ ਗੁਰਸਿੱਖਾਂ ਦਾ ਕਿੰਨਾ ਸਤਿਕਾਰ ਕਰਦੇ ਹਨ। ਗੁਰਸਿੱਖਾਂ ਦੀ ਕਿੱਡੀ ਵੱਡੀ ਮਹਿਮਾ ਹੈ। ਇੱਕ ਬਿਰਧ ਮਾਤਾ, ਬਹੁਤ ਗਰੀਬ ਮਾਤਾ, ਜਿਸ ਨੇ ਆਪਣੀ ਬਹੁਤ ਤਗੜੀ ਮਿਹਨਤ ਕਰਕੇ ਸਾਰਾ ਦਿਨ ਕਿਸੇ ਦੇ ਘਰ ਕੰਮ ਕੀਤਾ, 1 ਟਕਾ ਕਮਾਇਆ। ਉਸ ਟਕੇ ਦਾ ਆਟਾ, ਥੋੜ੍ਹਾ ਜਿਹਾ ਘਿਓ, ਮਿੱਠਾ ਲਿਆ ਕੇ 2 ਪ੍ਰਸ਼ਾਦੇ ਗੁਰੂ ਸਾਹਿਬ ਦੇ ਲਈ ਤਿਆਰ ਕੀਤੇ ਅਤੇ ਲੈ ਕੇ ਤੁਰ ਪਈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਵੱਲ ਲਈ ਜਾਂਦੀ ਸੀ ਪ੍ਰਸ਼ਾਦੇ, ਗੁਰੂ ਸਾਹਿਬ ਫੌਜਾਂ ਸਮੇਤ ਘੋੜੇ 'ਤੇ ਚੜ੍ਹ ਕੇ ਸ਼ਿਕਾਰ ਨੂੰ ਤੁਰ ਪਏ। ਮਾਤਾ ਨੇ ਸੋਚਿਆ ਵੀ ਇਹ ਪ੍ਰਸ਼ਾਦਾ ਮੇਰੇ ਹੱਥ ਦਾ ਬਣਿਆ ਹੋਇਆ, ਹੁਣ ਗੁਰੂ ਸਾਹਿਬ ਕਿੱਥੇ ਛਕਣਗੇ, ਇਹ ਤਾਂ ਚੱਲੇ ਹਨ, ਪਰ ਮੇਰੇ ਭਾਗਾਂ ਵਿੱਚ ਗੁਰੂ ਦੀ ਸੇਵਾ ਹੀ ਕੋਈ ਨਹੀਂ। ਇਹ ਸੋਚ ਕੇ ਵਿਚਾਰੀ ਇੱਕ ਪਾਸੇ ਖਲੋ ਗਈ। ਪਰ ਸਤਿਗੁਰੂ ਅੰਤਰਜਾਮੀ ਜਾਣੀ ਜਾਣ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸ੍ਰੀ ਗੁਰੂ ਹਰਗੋਬਿੰਦ ਗੁਰੂ ਹਰਿ ਸਾਹਿਬ ਜੀ ਮਹਾਰਾਜ ਆਪਣਾ ਘੋੜਾ ਫੇਰ ਕੇ ਫੇਰ ਤੁਰੰਗ ਨਿਕਟ ਤਿਸ ਗਮਨੇ, ਅੰਤਰਜਾਮੀ ਕਰਿਓ ਉਚਾਰ, ਹਮਕੋ ਛੁਦਾ ਲਗੀ ਦਿਓ ਮਾਈ, ਤਿਆਰ ਆਹਾਰ ਜੋ ਤੈਂ ਕਰਤਾਰ। ਕਹਿਣ ਲੱਗੇ, ਮਾਤਾ ਸਾਨੂੰ ਬੜੀ ਭੁੱਖ ਲੱਗੀ ਹੈ, ਜੋ ਪ੍ਰਸ਼ਾਦੇ ਤੂੰ ਬਣਾ ਕੇ ਲਿਆਈ ਹੈ, ਲਿਆ ਸਾਨੂੰ ਦੇ ਦੇ। ਅੰਤਰਜਾਮੀ ਜਾਣੀ ਜਾਣ ਸਤਿਗੁਰਾਂ ਨੇ ਜਦੋਂ ਮਾਈ ਦੇ ਹੱਥੋਂ ਪ੍ਰਸ਼ਾਦੇ ਛਕੇ, ਮਾਤਾ ਨਿਹਾਲ ਹੋ ਗਈ। ਪਰ ਸਿੱਖਾਂ ਦੇ ਮਨ 'ਚ ਸ਼ੰਕਾ ਸੀ ਕਿ ਗੁਰੂ ਸਾਹਿਬ ਜੀ ਨੂੰ ਭੁੱਖ ਲੱਗ ਜਾਂਦੀ ਹੈ, ਘੋੜੇ 'ਤੇ ਚੜ੍ਹਨ ਕਰਕੇ, ਜਵਾਨੀ ਦੀ ਉਮਰਾ ਕਰਕੇ, ਅਤੇ ਗੁਰੂ ਸਾਹਿਬ ਦੇ ਲਈ ਅਗਲੇ ਦਿਨ ਲੰਗਰ ਨਾਲ ਲੈ ਕੇ ਤੁਰ ਪਏ। ਗੁਰੂ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਲੰਗਰ ਛਕ ਲਓ। ਮਹਾਰਾਜ ਕਹਿੰਦੇ, ਅਸੀਂ ਘੋੜੇ 'ਤੇ ਚੜ੍ਹੇ ਜਾ ਰਹੇ ਹਾਂ,
ਚਰੇ ਜਾਤ ਅਬ ਘੋਰੇ ਉਪਰ ਕੌਣ ਸਮੋ ਤੁਮ ਕਰਿਓ ਵਿਚਾਰ। ਤੁਸੀਂ ਦੱਸੋ ਇਹ ਕੋਈ ਟਾਈਮ ਹੈ ਲੰਗਰ ਛਕਣ ਦਾ? ਹੱਥ ਧੋ ਕੇ ਸੁਚਜਤ ਹੋਏ ਪੁਨੀਤ ਅਸਨ ਜਬ ਉਚਿਤ ਅਚਨ ਕੇ ਤਬ ਨਿਰਧਾਰ। ਜਦੋਂ ਭੋਜਨ ਛਕਣ ਦਾ ਕੋਈ ਸਮਾਂ ਹੋਵੇ, ਇਸ਼ਨਾਨ ਪਾਣੀ ਕਰਕੇ ਸੁਚਮ ਦੇ ਨਾਲ ਚੌਂਕੇ 'ਚ ਬੈਠ ਕੇ ਪ੍ਰਸ਼ਾਦਾ ਛਕੀਦਾ। ਇਸ ਤਰ੍ਹਾਂ ਰਾਹ ਜਾਂਦਿਆਂ ਥਾਂ ਥਾਂ ਹੀ ਭੋਜਨ ਨਹੀਂ ਛਕੀਦਾ। ਜਦੋਂ ਇਸ ਤਰ੍ਹਾਂ ਦੇ ਬਚਨ ਕੀਤੇ, ਸਤਿਗੁਰੂ ਮਹਾਰਾਜ ਦੇ ਸਿੱਖ ਹੈਰਾਨ ਹੋ ਕੇ ਪੁੱਛਣ ਲੱਗੇ, ਮਹਾਰਾਜ ਆਪ ਜੀ ਨੇ ਕੱਲ੍ਹ ਮਾਤਾ ਕੋਲੋਂ ਰੋਟੀਆਂ ਮੰਗੀਆਂ, ਨਾ ਹੱਥ ਧੋਏ ਨਾ ਪੈਰੋਂ ਜੋੜਾ ਲਾਇਆ, ਘੋੜੇ 'ਤੇ ਚੜ੍ਹੇ ਚੜਾਏ ਖਾ ਲਈਆਂ, ਤੇ ਫਿਰ ਵੀ ਬਾਅਦ 'ਚ ਵੀ ਹੱਥ ਨਹੀਂ ਧੋਏ, ਇਸੇ ਤਰ੍ਹਾਂ ਹੀ ਤੁਰ ਪਏ। ਅੱਜ ਸੱਚੇ ਪਾਤਸ਼ਾਹ ਜੀ ਆਪ ਇੰਨੀ ਸਖਤ ਮਰਿਆਦਾ ਦੱਸ ਰਹੇ ਹੋ। ਮਹਾਰਾਜ ਕਹਿੰਦੇ, ਭਾਈ ਉੱਥੇ ਪ੍ਰੇਮ ਸੀ, ਇੱਥੇ ਨੇਮ ਹੈ। ਪ੍ਰੇਮ 'ਚ ਨੇਮ ਨਹੀਂ ਹੁੰਦਾ। ਮਰਿਆਦਾ ਆਪਣੀ ਜਗ੍ਹਾ ਜ਼ਰੂਰੀ ਹੈ। ਮਰਿਆਦਾ ਨਾ ਹੋਵੇ ਤੇ ਸੰਸਾਰ ਵਿੱਚ ਧਰਮ ਕਾਇਮ ਨਹੀਂ ਰਹਿੰਦਾ, ਸਾਰੇ ਸਿਸਟਮ ਖਰਾਬ ਹੋ ਜਾਂਦੇ ਨੇ। ਪਰ ਜਿੱਥੇ ਪ੍ਰੇਮ ਹੁੰਦਾ ਉੱਥੇ ਮਰਿਆਦਾ ਥੱਲੇ ਰਹਿ ਜਾਂਦੀ ਹੈ। ਇਹ ਬਚਨ ਸਿੱਖਾਂ ਨੂੰ ਸਮਝਾ ਰਹੇ ਨੇ। ਪ੍ਰੇਮ ਕਹਾਣੀ ਗੁਰੂ ਬਖਾਨੀ। ਆਓ ਗੁਰੂ ਸਾਹਿਬ ਜੀ ਪ੍ਰੇਮ ਦੀ ਮਹਿਮਾ ਦੱਸੀ ਹੈ, ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰੇਮ ਕਹਾਣੀ ਗੁਰੂ ਬਖਾਨੀ। ਮਹਾਰਾਜ ਜੀ ਨੇ ਪ੍ਰੇਮ ਦੀ ਕਥਾ ਦੱਸੀ ਹੈ। ਭਾਈ ਪ੍ਰੇਮ ਦੀ ਕਥਾ ਅਕਥ ਹੈ। ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦੀ ਮਹਿਮਾ ਬਹੁਤ ਮਹਾਨ ਹੈ। ਪ੍ਰੇਮ ਕਰੇ ਸਿਮਰੇ ਸਤਨਾਮ, ਪ੍ਰੇਮ ਬਿਨਾ ਫੋਕੇ ਸਭ ਕਾਮ। ਕਿ ਪ੍ਰੇਮ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪੀ ਜਾਵੇ, ਤੇ ਪ੍ਰੇਮ ਨਾਲ ਕੀਤੀ ਹੋਈ ਬੰਦਗੀ, ਪ੍ਰੇਮ ਨਾਲ ਕੀਤੀ ਹੋਈ ਸੇਵਾ, ਪ੍ਰੇਮ ਨਾਲ ਕੀਤਾ ਹੋਇਆ ਕੀਰਤਨ, ਪ੍ਰੇਮ ਨਾਲ ਕੀਤੀ ਹੋਈ ਕਥਾ, ਪ੍ਰੇਮ ਨਾਲ ਪੜ੍ਹੀ ਹੋਈ ਬਾਣੀ ਬੰਦੇ ਨੂੰ ਸੱਚਖੰਡ ਲੈ ਜਾਂਦੀ ਹੈ। ਪ੍ਰੇਮ ਤੋਂ ਬਿਨਾਂ ਜੋ ਮਰਜ਼ੀ ਕਰੀ ਜਾਵੇ ਸਭ ਕੁਝ ਫੋਕਾ ਹੀ ਹੈ, ਬੇਅਰਥ ਹੈ, ਬੇਕਾਰ ਹੈ। ਹਾਂਜੀ, ਸਿੱਖਿਆ ਨ ਮਾਨੀ ਮਹਿਮਾ ਤਾਹੇ। ਗੁਰੂ ਕੇ ਸਿੱਖਾਂ ਨੇ ਉਸ ਵੇਲੇ ਉਸ ਮਾਈ ਦੀ ਮਹਿਮਾ ਨੂੰ ਜਾਣਿਆ ਕਿ ਪ੍ਰੇਮ ਗੁਰੂ ਸਾਹਿਬ ਜੀ ਨੂੰ ਪ੍ਰਵਾਨ ਹੈ। ਅਸੀਂ ਅਜੇ ਉਸ ਪ੍ਰੇਮ ਦੀ ਅਵਸਥਾ 'ਚ ਨਹੀਂ ਪਹੁੰਚੇ ਜਿੱਥੇ ਗੁਰੂ ਕੇ ਸਿੱਖ ਉਹ ਮਾਤਾ ਬਿਰਧ ਗਰੀਬਣੀ ਪਹੁੰਚੀ ਹੋਈ ਹੈ। ਸੋ ਅਸੀਂ ਉਸ ਗੱਲ ਨੂੰ ਸਮਝ ਨਹੀਂ ਸਕੇ। ਇਸ ਗੱਲ ਦਾ ਸਿੱਖਾਂ ਨੂੰ ਅਹਿਸਾਸ ਹੋਇਆ ਹੈ। ਤੇ ਆਪਣੇ ਸਤਿਗੁਰਾਂ ਨਾਲ ਪ੍ਰੇਮ ਕਿਵੇਂ ਕਰਨਾ ਹੈ, ਪ੍ਰੇਮ ਨਾਲ ਗੁਰੂ ਸਾਹਿਬ ਨੂੰ ਕਿਵੇਂ ਰਿਝਾਉਣਾ ਹੈ, ਇਸ ਪਾਸੇ ਸਿੱਖ ਸੋਚਣ ਲੱਗੇ ਹਨ। ਸਨ ਸਗਰੇ ਪਗ ਪੰਕਜ ਬੰਦਾ ਹੈ। ਸਾਰਿਆਂ ਨੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। हे ਗਰੀਬ ਨਵਾਜ਼ ਸੱਚੇ ਪਾਤਸ਼ਾਹ, ਆਪ ਜੀ ਦੀ ਮਹਿਮਾ ਅਪਰੰਪਾਰ ਹੈ। ਆਪ ਜੀ ਦੀ ਸਿੱਖੀ ਬੜੀ ਮਹਾਨ ਹੈ, ਸਾਡੀ ਬੁੱਧੀ ਬੜੀ ਛੋਟੀ ਹੈ। ਮਹਾਰਾਜ ਅਸੀਂ ਜਾਣ ਨਹੀਂ ਸਕਦੇ ਕਿਹੜੇ ਤਰੀਕੇ ਨਾਲ, ਕਿਹੜੀ ਜੁਗਤੀ ਨਾਲ ਆਪ ਜੀ ਨੂੰ ਰਿਝਾ ਸਕੀਏ। ਆਪ ਹੀ ਕਿਰਪਾ ਕਰੋ, ਸਦਾ ਵਾਸਤੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ। ਅਸੀਂ ਬਾਰ-ਬਾਰ ਭੁੱਲਣਾ ਹੈ, ਆਪ ਜੀ ਨੇ ਬਾਰ-ਬਾਰ ਸਮਝਾਉਣਾ ਹੈ। ਇਸ ਤਰ੍ਹਾਂ ਸਿੱਖਾਂ ਨੇ ਬੇਨਤੀ ਕੀਤੀ ਹੈ। ਤੁਮਰੇ ਚਲਤ ਲਖੇ ਨਹ ਜਾਹੇ। ਇਹ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਦੇ ਕੌਤਕ, ਆਪ ਜੀ ਦੇ ਚਰਿੱਤਰ ਮਨੁੱਖ ਸਮਝ ਨਹੀਂ ਸਕਦਾ। ਇਨਸਾਨ ਦੀ ਇੰਨੀ ਕੀ ਸਮਰੱਥਾ ਹੈ ਕਿ ਉਹ ਗੁਰੂ ਦੀ ਮਹਿਮਾ ਨੂੰ ਜਾਣ ਸਕੇ, ਗੁਰੂ ਦੇ ਵਿਚਾਰਾਂ ਨੂੰ ਜਾਣ ਸਕੇ, ਗੁਰੂ ਦੇ ਸਿਧਾਂਤ ਨੂੰ ਜਾਣ ਸਕੇ। ਮਹਾਰਾਜ ਤੁਹਾਡੇ ਕੌਤਕ ਬੰਦਾ ਨਹੀਂ ਜਾਣ ਸਕਦਾ। ਖੇਲ ਆਪ ਕੇ ਅਚਰਜ ਦੀਰਗ। ਇਹ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਖੇਡ ਬੜੇ ਕੌਤਕ ਬੜੇ ਅਚਰਜ ਹਨ ਔਰ ਬਹੁਤ ਵੱਡੇ ਹਨ। ਆਪ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਪਾਵਤ ਦੇਵ ਸਭੈ। ਸਾਰੇ ਦੇਵਤੇ ਵੀ ਅੰਤ ਨਹੀਂ ਪਾ ਸਕੇ। ਮੁਨ ਇੰਦਰ ਮਹਾ ਸ਼ਿਵ ਜੋਗ ਕਰੀ, ਫੁਨ ਵੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨਾ ਛਾੜਿਓ ਏਕ ਕਰੀ। ਹਾਂਜੀ, ਦੇਖਤ ਸੁਨਤ ਸਕਲ ਬਿਸਮਾਹੇ। ਦੇਖ ਸੁਣ ਕੇ ਸਾਰੇ ਬਿਸਮਾਦ ਵਿੱਚ ਆ ਗਏ, ਹੈਰਾਨ ਹੋ ਗਏ। ਸ਼੍ਰੀ ਨਾਨਕ ਤਜ ਉਤਮ ਜਾਤਨ। ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇਖੋ, ਉੱਤਮ ਜਾਤਾਂ ਨੂੰ, ਬਾਹਮਣਾਂ ਤੇ ਖੱਤਰੀਆਂ ਨੂੰ ਛੱਡ ਕੇ ਜਾਏ ਬਸੇ ਲਾਲੋ ਕਰਮਾਹੇ। ਲਾਲੋ ਤਰਖਾਣ ਦੇ ਘਰ ਜਾ ਰਹੇ ਸਨ।
ਉਹਦੇ ਘਰ ਕੋਧਰੇ ਦੀ ਰੁੱਖੀ ਰੋਟੀ ਖਾਂਦੇ ਰਹੇ, ਮਲਕ ਭਾਗੋ ਦੀਆਂ ਪੂੜੀਆਂ ਵੱਲ ਨਹੀਂ ਵੇਖਿਆ। ਸੁਨ ਸਤਿਗੁਰ ਤੇ ਸੰਗਤ ਸਗਰੀ। ਗੁਰੂ ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਸਾਰੀ ਸੰਗਤ ਨੇ ਚਰਨਾਂ 'ਚ ਸੀਸ ਝੁਕਾਏ ਹਨ। ਪਗੇ ਪ੍ਰੇਮ ਰਸ ਗੁਰ ਕੇ ਸੋਏ। ਉਹ ਗੁਰੂ ਦੇ ਪ੍ਰੇਮ ਰਸ ਵਿੱਚ ਭਿੱਜ ਗਏ ਹਨ ਸਿੱਖ। ਕਿ ਧੰਨ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ, ਆਪ ਬੜੇ ਦਿਆਲੂ ਕਿਰਪਾਲੂ ਹੋ, ਉਸ ਬਿਰਧ ਮਾਈ ਦਾ ਪ੍ਰੇਮ ਜਾਣਿਆ ਹੈ। ਪ੍ਰੇਮ ਭਗਤ ਕਰ ਜੋਰਤ ਜਾਚਤ। ਜਿਹੜਾ ਪ੍ਰੇਮ ਦੇ ਨਾਲ ਆਪ ਜੀ ਦੀ ਭਗਤੀ ਕਰਦਾ ਹੈ, ਪ੍ਰੇਮ ਦੇ ਨਾਲ ਹੱਥ ਜੋੜਦਾ ਹੈ, ਪ੍ਰੇਮ ਨਾਲ ਕੁਝ ਮੰਗਦਾ ਹੈ, ਸਾਰਾ ਕੁਝ ਹੀ ਦੇ ਦਿੰਦੇ ਹੋ। ਕਿਰਪਾ ਕਰੋ ਸ਼ੁਭ ਮਗ ਦੇਹੋ ਜੋਏ। ਆਪ ਜੀ ਕਿਰਪਾ ਕਰੋ, ਸਾਨੂੰ ਵੀ ਸ਼ੁਭ ਮਾਰਗ ਦੱਸੋ, ਉਹ ਰਸਤਾ ਦੱਸੋ ਗੁਰੂ ਜੀ, ਜਿਹੜੇ ਰਸਤੇ ਤੇ ਚੱਲ ਕੇ ਸਾਡੀ ਆਤਮਾ ਦਾ ਕਲਿਆਣ ਹੋ ਸਕਦਾ ਹੈ। ਹੋਰ ਚੀਜ਼ਾਂ ਦੇ ਅਸੀਂ ਬੜੀਆਂ ਗੁਰੂ ਤੋਂ ਮੰਗਦੇ ਹਾਂ, ਆਪਣਾ ਭਲਾ ਨਹੀਂ ਮੰਗਦੇ। ਅਜੇ ਤੱਕ ਸਾਧ ਸੰਗਤ ਜੀ ਮਾਫ ਕਰਨਾ, ਆਪਣਾ ਭਲਾ ਅਸੀਂ ਕਦੀ ਨਹੀਂ ਮੰਗਿਆ। ਆਪਣਾ ਭਲਾ ਹੋਣਾ ਜਦੋਂ ਸਾਨੂੰ ਇਹ ਇੱਛਾ ਹੋਵੇਗੀ ਵੀ ਸਾਡੀ ਆਤਮਾ ਦਾ ਕਲਿਆਣ ਕਿਵੇਂ ਹੋਵੇ। ਉਸ ਤੋਂ ਪਹਿਲਾਂ ਜੋ ਕੁਝ ਮੰਗ ਰਹੇ ਹਾਂ ਗੁਰੂ ਕੋਲੋਂ, ਧਨ ਪਦਾਰਥ, ਦੁੱਧ ਪੁੱਤ, ਸੋਨਾ ਚਾਂਦੀ, ਮਹਿਲ ਮਾੜੀਆਂ, ਗੱਡੀਆਂ ਕਾਰਾਂ, ਜ਼ਮੀਨਾਂ ਜਾਇਦਾਦਾਂ, ਇਹ ਤਾਂ ਸਾਰਾ ਕੁਝ ਬਾਹਰਲਾ ਝੂਠਾ ਪਦਾਰਥ ਹੀ ਮੰਗ ਰਹੇ ਹਾਂ। ਜਦੋਂ ਅਸੀਂ ਗੁਰੂ ਕੋਲੋਂ ਨਾਮ ਮੰਗਾਂਗੇ, ਜਦੋਂ ਗੁਰੂ ਕੋਲੋਂ ਅੰਮ੍ਰਿਤ ਵੇਲਾ ਮੰਗਾਂਗੇ, ਜਦੋਂ ਨਾਮ ਸਿਮਰਨ ਮੰਗਾਂਗੇ, ਉਦੋਂ ਆਪਣੇ ਵਾਸਤੇ ਕੁਝ ਮੰਗਾਂਗੇ, ਉਹ ਆਪਣਾ ਹੋਵੇਗਾ। ਸੋ ਸਿੱਖਾਂ ਨੇ ਆਖਿਆ, ਮਹਾਰਾਜ ਸਾਨੂੰ ਆਪਣੇ ਭਲੇ ਲਈ ਸਾਡਾ ਕਲਿਆਣ ਕਿਵੇਂ ਹੋਵੇਗਾ, ਐਸਾ ਰਸਤਾ ਦੱਸੋ। ਹਲਤ ਪਲਤ ਅਵਿਲੰਬ ਆਪ ਕੇ। ਇਹ ਮਹਾਰਾਜ, ਅਸੀਂ ਲੋਕ ਵਿੱਚ ਵੀ ਤੁਹਾਡੇ ਆਸਰੇ ਤੇ ਹਾਂ ਤੇ ਪਰਲੋਕ ਵਿੱਚ ਵੀ ਤੁਹਾਡੇ ਆਸਰੇ ਤੇ ਹਾਂ। ਇਹ ਸੰਸਾਰ ਵਿੱਚ ਵੀ ਤੇ ਅਗਲੇ ਜਹਾਨ ਵਿੱਚ ਵੀ ਤੁਹਾਡੇ ਤੋਂ ਬਿਨਾਂ ਸਾਡਾ ਕੋਈ ਵਾਲੀ ਵਾਰਸ ਨਹੀਂ ਹੈ। ਰੱਛੋ ਸਦਾ ਸਹਾਇਕ ਹੋਏ। ਇਹ ਸੱਚੇ ਪਾਤਸ਼ਾਹ, ਇੱਥੇ ਉੱਥੇ ਤੁਸੀਂ ਰਖਵਾਲੇ ਬਣਨਾ ਹੈ, ਇੱਥੇ ਉੱਥੇ ਤੁਸੀਂ ਸਾਡੀ ਮਦਦ ਕਰਨੀ ਹੈ। ਤੁਸੀਂ ਸਾਨੂੰ ਸੰਸਾਰ ਦੇ ਦੁੱਖਾਂ ਤੋਂ ਵੀ ਬਚਾਉਣਾ ਹੈ ਤੇ ਜਮਦੂਤਾਂ ਦੀ ਮਾਰ ਤੋਂ ਵੀ ਬਚਾਉਣਾ ਹੈ। ਲਾਜ ਬਿਰਧ ਕੀ ਸਦਾ ਸੰਭਾਰੋ। ਇਹ ਮਹਾਰਾਜ ਆਪਣੇ ਬਿਰਧ ਦੀ ਲਾਜ ਰੱਖੋ, ਬਿਰਧ ਬਾਣੇ ਦੀ ਲਾਜ ਸੰਭਾਲੋ। ਸਿੱਖਿਆ ਨਾਮ ਭਾਖਿਆ ਹੈ ਸਭ ਕੋਏ। ਮਹਾਰਾਜ ਸਾਨੂੰ ਸਾਰੇ ਤੁਹਾਡਾ ਸਿੱਖ ਕਹਿੰਦੇ ਹਨ। ਸਿੱਖ ਹੋਣ ਦੀ ਮਹਾਰਾਜ ਲਾਜ ਹੁਣ ਤੁਸੀਂ ਰੱਖਣੀ ਹੈ। ਸੱਚੇ ਪਾਤਸ਼ਾਹ ਜੀ, ਮੋਕੋ ਕੋਏ ਨਾ ਜਾਣਤ, ਕਹੀਏ ਦਾਸ ਤੁਮਾਰਾ। ਮੈਨੂੰ ਮੇਰੀ ਹੋਰ ਕੋਈ ਪੋਜੀਸ਼ਨ ਨਹੀਂ ਸੰਸਾਰ ਵਿੱਚ, ਨਾ ਮੈਂ ਰਾਜਾ ਮਹਾਰਾਜਾ ਹਾਂ, ਨਾ ਮੈਂ ਸਿਕਦਾਰ ਚੌਧਰੀ ਹਾਂ, ਨਾ ਮੇਰੀ ਦੁਨਿਆਵੀ ਕੋਈ ਪੋਜੀਸ਼ਨ ਹੈ। ਤੇ ਜੇ ਹੋਵੇ ਵੀ ਤੇ ਮੈਂ ਉਹਨੂੰ ਆਪਣੀ ਪੋਜੀਸ਼ਨ ਸਮਝਦਾ ਨਹੀਂ, ਉਹ ਕੁਛ ਨਹੀਂ। ਬਸ ਮੇਰੀ ਇੱਕੋ ਹੀ ਪੋਜੀਸ਼ਨ ਹੈ, ਮੈਨੂੰ ਤੁਹਾਡਾ ਸਿੱਖ ਕਹਿੰਦੇ ਹਨ। ਮੋਕੋ ਕੋਏ ਨਾ ਜਾਣਤ, ਮੈਨੂੰ ਕੋਈ ਨਹੀਂ ਜਾਣਦਾ, ਤੁਹਾਡੇ ਨਾਂ ਕਰਕੇ ਮੇਰਾ ਨਾਂ ਵੱਜਦਾ ਹੈ। ਇਹ ਕਹਿੰਦੇ ਨੇ ਵੀ ਇਹ ਗੁਰੂ ਦਾ ਸਿੱਖ ਹੈ, ਇਹ ਗੁਰੂ ਦਾ ਦਾਸ ਹੈ। ਤੇ ਸੱਚੇ ਪਾਤਸ਼ਾਹ ਆਪਣੇ ਨਾਮ ਦੀ ਲਾਜ ਰੱਖ ਲਓ। ਸੁਣ ਗੁਰ ਕਿਰਪਾ ਕਰੀ ਮਗ ਗਮਨੇ। ਸਿੱਖਾਂ ਦੀ ਅਰਦਾਸ ਸੁਣ ਕੇ ਖੁਸ਼ ਹੋਏ, ਪ੍ਰਸੰਨ ਹੋਏ, ਸਾਰਿਆਂ ਸਿੱਖਾਂ ਵੱਲ ਮਿਹਰ ਦੀ ਦ੍ਰਿਸ਼ਟੀ ਕੀਤੀ, ਹੱਸ ਪਏ, ਕਹਿਣ ਲੱਗੇ ਤੁਸੀਂ ਤਾਂ ਮੇਰੇ ਹੀ ਹੋ, ਮੈਂ ਤੁਹਾਡਾ ਹਾਂ। ਗੁਰੂ ਸਿੱਖ, ਸਿੱਖ ਗੁਰੂ ਹੈ ਏਕੋ। ਗੁਰੂ ਸਿੱਖ ਦੋ ਨਹੀਂ ਹੁੰਦੇ, ਸਿੱਖ ਤੇ ਗੁਰੂ ਇੱਕੋ ਹੀ ਰੂਪ ਹੈ। ਪਿਓ ਤੇ ਪੁੱਤਰ ਇੱਕੋ ਹੀ ਤੱਤ ਹੁੰਦਾ ਹੈ। ਗੁਰੂ ਨਾਲ ਸਿੱਖ ਹੁੰਦਾ, ਸਿੱਖ ਨਾਲ ਗੁਰੂ ਹੁੰਦਾ। ਇਸ ਤਰ੍ਹਾਂ ਕਹਿ ਕੇ ਮਹਾਰਾਜ ਜੰਗਲ ਨੂੰ ਚਲੇ ਗਏ। ਗਏ ਅਖੇਰ ਮਹਾਬਨ ਮਾਹੇ। ਬੜੇ ਸੰਘਣੇ ਜੰਗਲ ਵਿੱਚ ਸ਼ਿਕਾਰ ਖੇਡਣ ਗਏ ਹਨ। ਨਿਕਸਿਓ ਮ੍ਰਿਗ ਸੋ ਕ੍ਰਿਸ਼ਨ ਪੀਠ ਜਿਸ। ਕਾਲੀ ਪਿੱਠ ਵਾਲਾ ਇੱਕ ਹਿਰਣ ਨਿਕਲਿਆ ਹੈ। ਸਿੰਘ ਵਿਸਾਲ ਬਦੇ ਸਿਰ ਜਾਹੇ। ਉਹਦੇ ਸਿੰਘ ਬੜੇ ਜ਼ਿਆਦਾ ਵਧੇ ਹੋਏ ਸਨ, ਵੱਡੇ ਵੱਡੇ ਸਿੰਘਾਂ ਵਾਲਾ ਸੀ। ਆਪਰਨ ਕੋ ਤਜ ਤਿਸ ਕੇ ਪਿੱਛੇ। ਗੁਰੂ ਸਾਹਿਬ ਆਪਣੇ ਸਾਥੀਆਂ ਨੂੰ ਛੱਡ ਕੇ ਘੋੜਾ ਉਸ ਕਾਲੇ ਹਿਰਣ ਦੇ ਪਿੱਛੇ ਦੌੜਾਇਆ ਹੈ। ਕਰਿਓ ਪਲਾਵਨ ਜਬ ਤੇ ਵਾਹੇ। ਜਦੋਂ ਉਹ ਦੌੜਿਆ ਬੜੀ ਤੇਜ਼ੀ ਨਾਲ, ਕਿਉਂਕਿ ਹਿਰਣ ਵੀ ਬਹੁਤ ਜ਼ਿਆਦਾ ਤੇਜ਼ ਦੌੜਦੇ ਨੇ, ਚੁੰਗੀਆਂ ਭਰਦੇ ਨੇ, ਉੱਡਦੇ ਹੀ ਜਾਂਦੇ ਨੇ, ਤੇ ਉਹਦੇ ਪਿੱਛੇ ਹੀ ਮਹਾਰਾਜ ਦਾ ਘੋੜਾ ਵੀ ਚੁੰਗੀਆਂ ਭਰਦਾ ਹੀ ਗਿਆ ਹੈ। ਕੂਦਤ
ਕਰਤ ਚੌਂਕਰੀ ਚਕ੍ਰਿਤ। ਕਹਿੰਦੇ 4 ਪੈਰ ਚੁੱਕ ਕੇ ਚੌਂਕੜੀ ਪਟਦਾ ਹੋਇਆ। ਸ਼੍ਰੀ ਹਰਿ ਰਾਏ ਰਹੇ ਹਰਿ ਖਾਹੇ। ਘੋੜਾ ਵੀ ਉਦਾਂ ਹੀ ਦੌੜਿਆ। ਮਹਾਰਾਜ ਬੜੇ ਪ੍ਰਸੰਨ ਹਨ। ਤੁਰੰਗ ਤਵਾਏ ਗਏ ਪਛਾਤੀ। ਉਸ ਕਾਲੇ ਹਿਰਨ ਦੇ ਪਿੱਛੇ ਘੋੜਾ ਦੌੜਾ ਕੇ ਸਤਿਗੁਰੂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਗਏ ਜੰਗਲ ਵਿੱਚ। ਅਦਕ ਦੂਰ ਲਗ ਲੀਨ ਹਰਾਏ। ਉਹਨੂੰ ਬੜਾ ਹਰਾਇਆ। ਉਹ ਵੀ ਬੜਾ ਦੌੜਿਆ, ਪਰ ਜਦੋਂ ਹਿਰਨ ਹੱਫ ਗਿਆ, ਦੌੜ ਦੌੜ ਕੇ ਥੱਕ ਗਿਆ। ਮਹਾਰਾਜ ਦਾ ਘੋੜਾ ਵੀ ਬੜਾ ਬਲੀ ਸੀ। ਸਤਿਗੁਰੂ ਜੀ ਆਪਣੇ ਘੋੜਿਆਂ ਨੂੰ ਲਗਾਤਾਰ ਕਈ ਦਿਨ ਜੰਗ ਦੇ ਮੈਦਾਨ ਵਿੱਚ ਰੱਖਣ ਵਾਸਤੇ ਵੀ, ਜੇ ਕੱਲ੍ਹ ਨੂੰ ਲੜਾਈ ਹੋ ਜਾਵੇ ਤੇ ਘੋੜਿਆਂ ਨੂੰ ਸਾਹ ਹੀ ਨਾ ਚੜ੍ਹ ਜਾਵੇ, ਲਗਾਤਾਰ ਉਹਨਾਂ ਦੀ ਕਵਾਇਦ ਪਹਿਲਾਂ ਕਰਾਉਂਦੇ ਹੁੰਦੇ ਸੀ। ਰੋਜ਼ ਘੋੜਿਆਂ ਨੂੰ ਦੌੜਾਉਂਦੇ ਰਹਿੰਦੇ ਸਨ ਕਿ ਲੜਾਈ ਦੇ ਮੈਦਾਨ ਵਿੱਚ ਫਿਰ ਜੇ ਉਹੀ ਘੋੜਾ ਕੰਮ ਕੱਢੇਗਾ ਜਿਸ ਦੀ ਪ੍ਰੈਕਟਿਸ ਬਹੁਤ ਜ਼ਿਆਦਾ ਹੋਏਗੀ। ਸੋ ਮਹਾਰਾਜ ਸ਼ਿਕਾਰ ਵਾਸਤੇ ਘੋੜਿਆਂ ਨੂੰ ਤਾਂ ਹੀ ਲਿਜਾਂਦੇ ਸਨ। ਆਪ ਵੀ ਸ਼ਿਕਾਰ ਤਾਂ ਖੇਡਦੇ ਸਨ ਵੀ ਸਰੀਰਕ ਤੌਰ 'ਤੇ ਮਿਹਨਤ ਹੁੰਦੀ ਰਹੇ। ਲੜਾਈ ਦੇ ਮੈਦਾਨ ਵਿੱਚ ਤਾਂ ਕਈ ਘੰਟੇ ਕਈ ਦਿਨ ਲੜਨਾ ਪੈਂਦਾ, ਅਤੇ ਜੰਗ ਦੇ ਵਿੱਚ ਜਿਹੜਾ ਬੰਦਾ ਕਦੀ ਮੰਜੇ ਤੋਂ ਉੱਠ ਕੇ ਪਾਣੀ ਨਹੀਂ ਪੀ ਸਕਦਾ ਘੜੇ 'ਚੋਂ, ਉਹ ਥੋੜ੍ਹਾ ਉੱਥੇ ਲੜੇਗਾ। ਇਸ ਕਰਕੇ ਗੁਰੂ ਸਾਹਿਬ ਸਿੱਖਾਂ ਨੂੰ ਸ਼ਿਕਾਰ ਖਿਡਾਉਂਦੇ ਸਨ ਵੀ ਜੰਗ ਦੇ ਮੈਦਾਨ ਵਿੱਚ ਵੀ ਇਹ ਆਪਣੀ ਪ੍ਰੈਕਟਿਸ ਪੂਰੀ ਕਰ ਸਕਣ। ਸੋ ਬੜੇ ਤੇਜ਼ ਘੋੜੇ 'ਤੇ ਸਤਿਗੁਰੂ ਜੀ ਸਵਾਰ ਸਨ। ਕਾਲਾ ਹਿਰਨ ਬਹੁਤ ਦੌੜਿਆ, ਪਰ ਗੁਰੂ ਸਾਹਿਬ ਨੇ ਜਾਣ ਨਹੀਂ ਦਿੱਤਾ। ਹੋਏ ਬਰੋਬਰ ਕਹਿ ਬਿਖਾਨਕ। ਕਹਿੰਦੇ ਉਹਦੇ ਬਰਾਬਰ ਜਾ ਕੇ ਕਾਲੇ ਹਿਰਨ ਦੇ ਜਿਹੜੇ ਸਿੰਘ ਸਨ ਨਾ, 12 ਸਿੰਘੇ ਦੇ, ਉੱਤੋਂ ਫੜ ਲਿਆ ਹੈ। ਰਾਖਿਓ ਤਿਸ ਹੀ ਥਲ ਅਟਕਾਏ। ਐਡੇ ਬਲੀ ਸਨ 7ਵੇਂ ਪਾਤਸ਼ਾਹ ਮਹਾਰਾਜ ਜੀ, ਉੱਥੇ ਹੀ ਰੋਕ ਛੱਡਿਆ। ਹਿਰਨ ਆਪਣਾ ਸਿੰਘ ਛੁਡਾ ਕੇ ਜਾਣ ਦੀ ਕੋਸ਼ਿਸ਼ ਤਾਂ ਬੜੀ ਕੀਤੀ ਉਹਨੇ, ਪਰ ਜਦੋਂ ਮਹਾਰਾਜ ਨੇ ਸਿੰਘਾਂ ਤੋਂ ਫੜ ਲਿਆ ਫਿਰ ਹਿੱਲਣ ਜੋਗਾ ਨਹੀਂ ਛੱਡਿਆ। ਆਏ ਸੇਵਕਨ ਰੱਜੂ ਪਾਈ। ਸੇਵਕਾਂ ਨੇ ਆ ਕੇ ਰੱਸੀ ਪਾ ਲਈ। ਗ੍ਰਹਿ ਕੋ ਹਟੇ ਗੁਰੂ ਹਰਿ ਰਾਏ। ਗੁਰੂ ਸਾਹਿਬ ਉਹ ਹਿਰਨ ਨੂੰ ਲੈ ਕੇ ਜਿਉਂਦਿਆਂ, ਕਿਉਂਕਿ ਮਹਾਰਾਜ 6ਵੇਂ ਪਾਤਸ਼ਾਹ ਦਾ ਸ਼ਿਕਾਰ ਮਾਰ ਲੈਂਦੇ ਸਨ, 7ਵੇਂ ਪਾਤਸ਼ਾਹ ਸ਼ਿਕਾਰ ਮਾਰਦੇ ਨਹੀਂ ਸਨ, ਜਿਉਂਦਾ ਹੀ ਫੜ ਕੇ ਲਿਆਉਂਦੇ ਸਨ। ਕੁਝ ਦਿਨ ਰੱਖ ਕੇ ਫਿਰ ਜੰਗਲ 'ਚ ਵਾਪਸ ਛੱਡ ਆਉਂਦੇ ਸਨ। ਉਸ ਕਾਲੇ ਹਿਰਨ ਨੂੰ ਗੁਰੂ 7ਵੇਂ ਪਾਤਸ਼ਾਹ ਜੀ ਵਾਪਸ ਕੀਰਤਪੁਰ ਸਾਹਿਬ ਲੈ ਆਏ ਨੇ। ਅਪਰ ਸਮੇਂ ਕਹਿ ਕੇਤਕ ਆਨੇ। ਹੋਰ ਵੀ ਕਈ ਜਾਨਵਰ ਫੜ ਕੇ ਲਿਆਂਦੇ ਹਨ। ਬਨ ਪਸਗਨ ਮਹਿ ਦੇ ਮਲਾਏ। ਜਿਹੜੇ ਹੋਰ ਪਸ਼ੂ ਇੱਥੇ ਪਹਿਲਾਂ ਬੰਨ੍ਹ ਕੇ ਰੱਖੇ ਹੋਏ ਸਨ ਚਿੜੀਆ ਘਰ ਦੇ ਵਿੱਚ, ਕੁਝ ਸਮੇਂ ਵਾਸਤੇ ਮਹਾਰਾਜ ਰੱਖਦੇ ਸਨ, 2-4 ਮਹੀਨੇ, ਫਿਰ ਇੱਕ ਨੂੰ ਛੱਡ ਆਉਂਦੇ ਸੀ, ਦੂਜਿਆਂ ਨੂੰ ਲੈ ਆਉਂਦੇ ਸੀ। ਇਸ ਤਰ੍ਹਾਂ ਕਰਦੇ ਸੀ। ਜਾਨਵਰਾਂ 'ਤੇ ਜ਼ੁਲਮ ਨਹੀਂ ਸੀ ਕਰਦੇ, ਉਹਨਾਂ ਦੀ ਮਲਮ ਪੱਟੀ ਸੇਵਾ ਹੁੰਦੀ ਸੀ, ਜ਼ਰੂਰ ਕਰ ਦਿੰਦੇ ਸੀ। ਇਸ ਤਰ੍ਹਾਂ ਸਤਿਗੁਰੂ ਜੀ ਨੇ ਕਈ ਜਾਨਵਰ ਲਿਆ ਕੇ ਰੱਖੇ ਹੋਏ ਸਨ ਚਿੜੀਆ ਘਰ ਵਿੱਚ। ਦੋਹਰਾ ਖਾਨ ਪਾਨ ਸਭ ਹੁਣ ਕੀ। ਸਾਰਿਆਂ ਪਸ਼ੂਆਂ ਦੀ ਵੀ ਖਾਣ ਪਾਣ ਦੀ ਖਬਰ ਸਾਰ ਲੈਂਦੇ ਸਨ। ਨਿਤ ਸੁਧ ਸਤਿਗੁਰ ਲੇਤ। ਇਹ ਦੇਖਦੇ ਸਨ ਕੋਈ ਪਸ਼ੂ ਦੁਖੀ ਤਾਂ ਨਹੀਂ, ਕਿਸੇ ਨੂੰ ਕੋਈ ਸੱਟ ਫੇਟ ਵੱਜੀ ਹੋਵੇ ਉਹਦੀ ਮਲਮ ਪੱਟੀ ਵੀ ਕਰਵਾਉਂਦੇ ਸਨ। ਕਿਤਕ ਕਾਲ ਦੇਖਿਆ ਤਿਨ ਹੈ। ਕੁਝ ਸਮਾਂ ਉਹਨਾਂ ਨੂੰ ਕੋਲ ਰੱਖ ਕੇ ਦੇਖਦੇ ਸਨ। ਬਿਗ ਸਹਿ ਕਿਰਪਾ ਨਿਕੇਤ। ਉਹਨਾਂ ਤੇ ਬੜੀ ਕਿਰਪਾ ਕਰਦੇ ਸਨ, ਖੁਸ਼ ਹੁੰਦੇ ਸਨ 7ਵੇਂ ਪਾਤਸ਼ਾਹ ਜੀ। ਦੋਹਰਾ ਇੱਕ ਦਿਨ ਬੈਠੇ ਸਭਾ ਮੈਂ ਹੈ। ਇੱਕ ਦਿਨ ਗੁਰੂ ਸਾਹਿਬ ਦੀਵਾਨ ਵਿੱਚ ਬੈਠੇ ਕੀਰਤਪੁਰ ਸਾਹਿਬ। ਸ਼੍ਰੀ ਸਤਿਗੁਰ ਹਰਿ ਰਾਏ। ਸਤਿਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦੀਵਾਨ ਵਿੱਚ ਬਹਿ ਕੇ ਆਪਣੀਆਂ ਸੰਗਤਾਂ ਨੂੰ ਦਰਸ਼ਨ ਦੇ ਰਹੇ ਸਨ। ਸੰਗਤ ਦਰਸ਼ਨ ਕੋ ਕਰ ਹੈ। ਸੰਗਤਾਂ ਦਰਸ਼ਨ ਕਰ ਰਹੀਆਂ ਸਨ। ਮਨ ਬਾਂਛਤ ਫਲ ਪਾਏ। ਔਰ ਮਨ ਬਾਂਛਤ ਫਲ ਸੰਗਤਾਂ ਨੂੰ ਪ੍ਰਾਪਤ ਹੋ ਰਹੇ ਸਨ। ਦੇਸ਼ ਵਿਦੇਸ਼ ਵਿਸ਼ੇਸ਼ ਸੰਗਤਾਂ। ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਸਨ। ਦਰਸ ਅਸ਼ੇਸ਼ ਕਰਤ ਹੈ ਆਏ। ਬਹੁਤ ਦੂਰੋਂ, ਕੋਈ ਕਸ਼ਮੀਰ ਤੋਂ, ਕੋਈ ਮੁਲਤਾਨ ਤੋਂ, ਕੋਈ ਪਿਸ਼ਾਵਰ ਤੋਂ, ਕੋਈ ਬੰਗਾਲ ਤੋਂ, ਕੋਈ ਢਾਕੇ ਤੋਂ, ਕੋਈ ਪਟਨੇ ਤੋਂ, ਕੋਈ ਦਿੱਲੀ, ਕੋਈ ਆਗਰਾ, ਬਹੁਤ ਦੂਰੋਂ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਕੁਝ ਦਿਨ ਮਹਾਰਾਜ ਦੇ ਕੋਲ ਰਹਿ ਕੇ ਕਥਾ ਕੀਰਤਨ ਸੁਣ ਕੇ ਆਪਣੇ ਮਨ ਦੇ ਸ਼ੰਕੇ ਨਿਰਵਿਰਤ ਕਰਾ ਕੇ ਆਪਣੇ ਦੇਸ਼ਾਂ ਨੂੰ ਵਾਪਸ ਚਲੀਆਂ ਜਾਂਦੀਆਂ ਸਨ। ਜਹ ਕਹਿ ਸਜਸ ਬਿਸਤ ਜਗ ਪੂਰਨ। ਗੁਰੂ ਸਾਹਿਬ ਦਾ ਜਸ, ਗੁਰੂ ਹਰਿਰਾਏ ਸਾਹਿਬ ਜੀ ਦੀ ਸੋਭਾ ਸਾਰੇ ਪਾਸੇ ਪਸਰ ਰਹੀ ਸੀ। ਮਨ ਹੋ ਚਾਂਦਨੀ ਬੜਦ ਪਤਾਏ। ਜਿਵੇਂ ਚੰਦਰਮਾ ਦੀ ਚਾਂਦਨੀ ਪੂਰਨਮਾਸ਼ੀ ਦੀ ਰਾਤ ਨੂੰ ਘਰ ਘਰ ਹੀ ਪਹੁੰਚ ਜਾਂਦੀ ਹੈ। ਪੂਰਨਮਾਸ਼ੀ ਦੀ ਰਾਤ ਦਾ ਚੰਨ ਚੜ੍ਹਿਆ ਹੋਵੇ ਤੇ ਫਿਰ ਉਹ ਇਹ ਨਹੀਂ ਦੇਖਦਾ
ਵੀ ਹਿੰਦੂ ਦਾ ਘਰ ਹੈ ਜਾਂ ਮੁਸਲਮਾਨ ਦਾ ਘਰ ਹੈ, ਸਾਰੇ ਘਰਾਂ 'ਚ ਉਹਦੀ ਚਾਂਦਨੀ ਪਹੁੰਚਦੀ ਹੈ। ਇਹ ਗੁਰੂ ਨਾਨਕ ਦੀ 7ਵੀਂ ਜੋਤ, ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਦਾ ਪ੍ਰਕਾਸ਼ ਹਿੰਦੁਸਤਾਨ ਦੇ ਨਹੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ, ਹਿੰਦੂਆਂ ਦੇ ਘਰਾਂ 'ਚ ਵੀ ਤੇ ਮੁਸਲਮਾਨਾਂ ਦੇ ਘਰਾਂ 'ਚ ਵੀ ਚਾਨਣਾ ਕਰ ਰਿਹਾ ਸੀ। ਕਰਾਮਾਤ ਸਾਹਿਬ ਉਪਕਾਰੀ, ਕਰਾਮਾਤਾਂ ਦੇ ਮਾਲਕ, ਸ਼ਕਤੀਆਂ ਦੇ ਮਾਲਕ, ਸਰਬ ਕਲਾ ਸਮਰੱਥ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਪਰਉਪਕਾਰੀ ਸਤਿਗੁਰੂ ਸਨ। ਜਥਾ ਬਚਨ ਕਹਿ ਤਿਮ ਹੋਏ ਜਾਏ, ਜਿਵੇਂ ਮੂੰਹ ਤੋਂ ਬਚਨ ਕਰਦੇ ਸਨ, ਰਸਨਾ ਦਾ ਜੋ ਵੀ ਬੋਲ ਨਿਕਲਦਾ ਸੀ ਉਸੇ ਤਰ੍ਹਾਂ ਹੋ ਜਾਂਦਾ ਸੀ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਜੋ ਬਚਨ ਮਹਾਰਾਜ ਸਾਹਿਬ ਗੁਰੂ ਹਰਿਰਾਏ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਹੁੰਦਾ, ਤਤਕਾਲ ਪੂਰਾ ਹੋ ਜਾਂਦਾ ਹੈ। ਇਸ ਪ੍ਰਸੰਨਤਾ ਸਫਲ ਤੁਰਤ ਜਿਨ, ਜਿਹਦੇ ਤੇ ਕਿਰਪਾ ਕਰਦੇ, ਪ੍ਰਸੰਨਤਾ ਕਰਦੇ ਆ, ਉਹਨੂੰ ਤਾਂ ਖੁਸ਼ੀਆਂ ਹੀ ਖੁਸ਼ੀਆਂ ਹੋ ਜਾਂਦੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਜ਼ਰ ਕਰੇ ਤੇ ਜੇ ਕਿਸੇ ਤੇ ਮਾੜੀ ਜੀ ਕਰੋਪ ਦ੍ਰਿਸ਼ਟੀ ਹੋ ਜਾਵੇ, ਫਿਰ ਉਹਦਾ ਰਹਿੰਦਾ ਵੀ ਕੁਛ ਨਹੀਂ। ਉਹ ਫਿਰ ਆਪਣਾ, ਵੈਸੇ ਤਾਂ ਮਹਾਰਾਜ ਕਿਸੇ ਤੇ ਕਰੂਰ ਦ੍ਰਿਸ਼ਟੀ ਕਰਦੇ ਹੀ ਨਹੀਂ। ਸਤਿਗੁਰੂ ਸਭਨਾਂ ਦਾ ਭਲਾ ਮਨਾਏਦਾ, ਮਹਾਰਾਜ ਤੇ ਸਾਰਿਆਂ ਦਾ ਭਲਾ ਕਰਦੇ ਨੇ। ਪਰ ਜੇ ਕੋਈ ਧਰਮ ਦਾ ਦੋਖੀ ਦੁਸ਼ਟ ਬੰਦਾ ਆਪਣੀ ਨੀਚ ਬਿਰਤੀ ਕਰਕੇ ਗੁਰੂ ਦਾ ਬੁਰਾ ਸੋਚਦਾ ਹੈ, ਤੇ ਉਹਨੂੰ ਉਹਦੀ ਕਰਨੀ ਦਾ ਫਲ ਕੁਦਰਤ ਦੇ ਦਿੰਦੀ ਹੈ। ਦੇ ਬਰ ਸ਼ਰਾਪ ਨਹੀਂ ਨਿਫਲਾਏ, ਜੇ ਵਰ ਦੇ ਦਿੰਦੇ ਤੇ ਵਰ ਪੂਰਾ ਹੁੰਦਾ, ਜੇ ਸ਼ਰਾਪ ਦੇ ਦਿੰਦੇ ਤੇ ਸ਼ਰਾਪ ਪੂਰਾ ਹੁੰਦਾ। ਬਚਨ ਗੁਰੂ ਸਾਹਿਬ ਦਾ ਨਿਸਫਲ ਨਹੀਂ ਜਾਂਦਾ। ਚੌਰ ਟੁਰਤ ਦੋਹ ਦੇਸ਼ ਸ਼ਬ ਪਾਵਤ, ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਸੀਸ ਤੇ 2 ਚੌਰ ਬਰਦਾਰ ਚੌਰ ਕਰਦੇ ਰਹਿੰਦੇ ਹਨ। ਚੋਆ ਅਤਰ ਗੰਧ ਮਹਿਕਾਰ, ਚੋਆ ਅਤਰ ਗੰਧ ਮਹਿਕਾਰ, ਸੁਗੰਧੀ ਵਾਲੇ ਅਤਰ ਫੁਲੇਲ ਸਾਰੇ ਸਤਿਗੁਰੂ ਜੀ ਦੇ ਉੱਪਰ ਲਾਏ ਛਿੜਕਾਏ ਜਾਂਦੇ ਹਨ। ਦਰਬਾਰ ਦੇ ਵਿੱਚ ਬੜੀ ਖੁਸ਼ਬੂ ਹੁੰਦੀ ਹੈ। 101 ਪਟ ਜਾਮਾ ਗਰਮ ਹੈ, 101 ਕਲੀਆਂ ਦਾ ਚੋਲਾ ਗੁਰੂ ਸਾਹਿਬ ਜੀ ਪਹਿਨਿਆ ਕਰਦੇ ਸਨ। 101 ਕਲੀਆਂ ਚੋਲੇ ਨੂੰ ਲੱਗੀਆਂ ਹੁੰਦੀਆਂ, ਵੱਡੇ ਘੇਰੇ ਵਾਲਾ ਚੋਲਾ 7ਵੇਂ ਪਾਤਸ਼ਾਹ ਜੀ ਪਾਇਆ ਕਰਦੇ। ਅੰਗ ਬਭੂਖਨ ਭੂਖਤ ਚਾਰ, ਔਰ ਬੜੇ ਹੀ ਸੁੰਦਰ ਗਹਿਣੇ ਸੋਨੇ ਦੇ, ਜਿਨ੍ਹਾਂ 'ਚ ਹੀਰੇ ਤੇ ਮੋਤੀ ਜੜੇ ਹੁੰਦੇ, ਉਹ ਸੱਚੇ ਪਾਤਸ਼ਾਹ ਜੀ ਦੇ ਅੰਗਾਂ ਦੀ ਸ਼ੋਭਾ ਵਧਾਉਂਦੇ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਸੁੰਦਰ ਸਰੂਪ ਹੋ ਕੇ, ਨਿਰਜਰ ਨਿਰੂਪ ਹੋ ਕੇ, ਭੂਪਨ ਕੇ ਭੂਪ ਹੋ ਕੇ, ਦਾਤਾ ਮਹਾਦਾਨ ਹੋ। ਹਾਂਜੀ, ਕਰਹਿ ਸਿੱਖ ਅਰਦਾਸ ਅਗੇਰੇ, ਗੁਰੂ ਕੇ ਸਿੱਖ ਦੀਵਾਨ ਵਿੱਚ ਆ ਕੇ ਅਰਦਾਸਾਂ ਕਰ ਰਹੇ ਨੇ, ਮੱਥੇ ਟੇਕ ਰਹੇ ਨੇ, ਆਪਣੀਆਂ ਪ੍ਰੇਮ ਭੇਟਾਵਾਂ ਅਰਪਣ ਕਰ ਰਹੇ ਨੇ। ਕਿਰਪਾ ਭਰੇ ਦ੍ਰਿਗ ਲੇਤ ਨਿਹਾਰ, ਤੇ ਮਹਾਰਾਜ ਉਹਨਾਂ ਸਿੱਖਾਂ ਵੱਲ ਆਪਣੀ ਮਿਹਰ ਦੀ ਦ੍ਰਿਸ਼ਟੀ ਨਾਲ ਵੇਖਦੇ ਨੇ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਬਿਦਾਰਿਓ। ਜਿਨ੍ਹਾਂ ਬੰਦਿਆਂ ਵੱਲ ਵੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਮਿਹਰ ਦ੍ਰਿਸ਼ਟੀ ਹੁੰਦੀ ਹੈ, ਉਹਨਾਂ ਦੇ ਜਨਮਾਂ ਜਨਮਾਂਤਰਾਂ ਦੇ ਦੁੱਖ ਕੱਟ ਦਿੰਦੇ ਹਨ। ਇੱਕੋ ਨਜ਼ਰ ਨਾਲ ਨਦਰੋ ਨਦਰ ਨਿਹਾਲ ਕਰ ਦਿੰਦੇ ਹਨ। ਆਇਤ ਕਹੇ ਸਥਿਤ ਗਨ ਯੋਧਾ, ਮਹਾਰਾਜ ਦੀ ਫੌਜ ਦੇ ਯੋਧੇ ਢਾਲਾਂ, ਤਲਵਾਰਾਂ, ਬਰਛਿਆਂ ਨਾਲ ਸਜੇ ਹੋਏ, ਬੰਦੂਕਾਂ ਦੇ ਤੀਰ ਕਮਾਨਾਂ ਨਾਲ ਸਜੇ ਹੋਏ ਗੁਰੂ ਦਰਬਾਰ ਵਿੱਚ ਤਿਆਰ ਬਰ ਤਿਆਰ ਹੋ ਕੇ ਖੜੇ ਹਨ। ਚਾਹੂੰ ਕੋਦ ਗੁਰ ਕੇ ਪਰਿਵਾਰ, ਗੁਰੂ ਸਾਹਿਬ ਦੇ ਆਲੇ ਦੁਆਲੇ ਸ਼ਸਤਰਧਾਰੀ ਯੋਧਿਆਂ ਦੀ ਭੀੜ ਰਹਿੰਦੀ ਹੈ। 2200 ਘੋੜ ਸਵਾਰ ਤਾਂ ਫੌਜ ਵਿੱਚ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਹਨ। ਇੱਕ ਸਿੱਖ ਹੱਥ ਜੋੜ ਕਰ ਬੋਲਿਓ, ਉਸ ਵੇਲੇ ਦੀਵਾਨ ਦੇ ਵਿੱਚ ਕਿਸੇ ਪ੍ਰੇਮੀ ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸ਼੍ਰੀ ਸਤਿਗੁਰ ਤੁਮ ਨਾਥ ਅਨਾਥ, हे ਸੱਚੇ ਪਾਤਸ਼ਾਹ ਤੁਸੀਂ ਅਨਾਥਾਂ ਦੇ ਨਾਥ ਹੋ, ਕਿਵ ਸੇਵਾ ਰਾਵਰ ਕੀ ਕਰ ਹੈ। ਇਹ ਕਿਰਪਾ ਕਰਕੇ ਦੱਸੋ, ਜਿਹੜਾ ਕੋਈ ਬਹੁਤ ਹੀ ਗਰੀਬ ਬੰਦਾ ਹੋਵੇ, ਜਿਹਦੇ ਕੋਲ ਪੈਸਾ ਨਾ ਹੋਵੇ, ਜਿਹਦੇ ਕੋਲ ਕੋਈ ਵਸੀਲਾ ਸਾਧਨ ਨਾ ਹੋਵੇ, ਉਹ ਗਰੀਬ ਆਦਮੀ ਤੁਹਾਡੀ ਸੇਵਾ ਕਿਵੇਂ ਕਰ ਸਕਦਾ ਹੈ। ਜੇ ਨਿਰਧਨ ਸਿੱਖ ਪਾਏ ਨਾ ਆਥ, ਜਿਹੜਾ ਗਰੀਬ ਹੈ, ਜਿਹਦੇ ਕੋਲ ਪੈਸਾ ਕੋਈ ਨਹੀਂ, ਨਿਰਧਨ ਸਿੱਖ ਹੈ, ਪੈਸੇ ਤੋਂ ਬਿਨਾਂ ਮਹਾਰਾਜ ਤੁਹਾਡੀ ਸੇਵਾ ਕਿਵੇਂ ਕਰੇ।
ਹੋਏ ਦਰਦੀ ਕਰੇ ਜਤਨ ਭੀ। ਮਹਾਰਾਜ ਗਰੀਬ ਹੋਵੇ ਬੰਦਾ ਯਤਨ ਕਰੇ ਤਾਂ ਵੀ ਨਹੀਂ ਕਰ ਸਕਦਾ, ਕਿਉਂਕਿ ਕਈ ਵਾਰੀ ਇੰਨੀ ਗਰੀਬੀ ਹੁੰਦੀ ਹੈ ਵੀ ਬੰਦੇ ਦੀ ਪੂਰੀ ਨਹੀਂ ਪੈਂਦੀ। ਆਪਣੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ, ਬੱਚਿਆਂ ਦੀ ਰੋਟੀ ਨਹੀਂ ਚੱਲਦੀ, ਆਪਣੇ ਸਰੀਰ ਦਾ ਨਿਰਵਾਹ ਨਹੀਂ ਚੱਲਦਾ, ਪੈਸਾ ਜੁੜਦਾ ਹੀ ਨਹੀਂ। ਉਹ ਬੰਦਾ ਗਰੀਬ ਬੰਦਾ ਜਿਹਦੀ ਜੇਬ 'ਚ ਪੈਸਾ ਕੋਈ ਨਹੀਂ, ਜਿਹਦੇ ਕੋਲ ਕੋਈ ਆਮਦਨ ਕੋਈ ਨਹੀਂ, ਜੇ ਗੁਰੂ ਦੀ ਸੇਵਾ ਕਰਨੀ ਚਾਹੇ ਕਿਵੇਂ ਕਰੇ ਵਿਚਾਰਾ? ਉਹ ਤਾਂ ਬੇਬਸ ਹੈ। ਉਹ ਨਾ ਦਸਵੰਧ ਦੇ ਸਕਦਾ ਗੁਰੂ ਘਰ ਵਿੱਚ, ਨਾ ਉਹ ਲੰਗਰ ਲਾ ਸਕਦਾ ਹੈ, ਨਾ ਉਹ ਕੜਾਹ ਪ੍ਰਸ਼ਾਦ ਦੀ ਦੇਗ ਹੀ ਦੇ ਸਕਦਾ ਹੈ, ਨਾ ਉਹ ਕੋਈ ਦਾਲ ਸਬਜ਼ੀ ਲਿਆ ਕੇ ਲੰਗਰ 'ਚ ਪਾ ਸਕਦਾ ਹੈ। ਉਹ ਇੰਨਾ ਗਰੀਬ ਆਦਮੀ ਜਿਹਦੇ ਕੋਲ ਗੁਜ਼ਾਰਾ ਕੋਈ ਨਹੀਂ, ਗੁਰੂ ਘਰ ਦੀ ਸੇਵਾ ਕਿਵੇਂ ਕਰੇ? ਤਉ ਨ ਪ੍ਰਾਪਤ ਕਿਤ ਧਨ ਹਾਥ। ਯਤਨ ਕਰਕੇ ਵੀ, ਮਿਹਨਤ ਕਰਕੇ ਵੀ ਜਿਹਨੂੰ ਧਨ ਨਾ ਮਿਲਦਾ ਹੋਵੇ। ਕਈ ਬੰਦੇ ਹੁੰਦੇ ਆ ਵਿਚਾਰੇ ਕੋਸ਼ਿਸ਼ ਕਰਦੇ ਆ, ਮਿਹਨਤ ਕਰਦੇ ਆ, ਪਰ ਕਿਸਮਤ ਸਾਥ ਨਹੀਂ ਦਿੰਦੀ, ਪੈਸਾ ਜੁੜਦਾ ਨਹੀਂ ਹੈ। ਹਾਂਜੀ, ਸੋ ਕਿਆ ਕਰੇ ਪ੍ਰਸੰਨ ਕਰਨ ਕੋ। ਮਹਾਰਾਜ ਉਹ ਵੀ ਤੁਹਾਡੀ ਸੇਵਾ ਕਰਕੇ ਤੁਹਾਨੂੰ ਪ੍ਰਸੰਨ ਕਰਨਾ ਚਾਹੁੰਦਾ ਹੈ। ਜਿਹੜਾ ਬਹੁਤ ਹੀ ਗਰੀਬ ਆਦਮੀ ਹੈ, ਜਿਹਦੇ ਕੋਲ ਜੇਬ 'ਚ ਪੰਜੀ ਵੀ ਨਹੀਂ ਮੱਥਾ ਟੇਕਣ ਨੂੰ, ਉਹ ਚਾਹੁੰਦਾ ਵੀ ਮੈਂ ਗੁਰੂ ਦੀ ਸੇਵਾ ਕਰਾਂ ਤੇ ਗੁਰੂ ਨੂੰ ਖੁਸ਼ ਕਰਾਂ। ਹਾਂਜੀ, ਜਿਸ ਤੇ ਹੋਵੇ ਜਨਮ ਸਖਾਤ। ਵਿਚਾਰਾ ਕੀ ਕਰੇ ਫਿਰ? ਉਹਦਾ ਜਨਮ ਕਿਵੇਂ ਸਫਲਾ ਹੋਏਗਾ? ਕਿਉਂਕਿ ਇਹ ਤਾਂ ਅਸੀਂ ਸੁਣਿਆ ਵੀ ਗੁਰੂ ਦੀ ਸੇਵਾ ਨਿਸਫਲ ਨਹੀਂ ਜਾਂਦੀ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਪਰ ਮਹਾਰਾਜ ਜਿਹਦੇ ਕੋਲ ਵਿਚਾਰੇ ਕੋਲ ਸਮਰੱਥਾ ਹੀ ਕੋਈ ਨਹੀਂ, ਪੈਸਾ ਹੀ ਕੋਈ ਨਹੀਂ, ਉਹ ਤੁਹਾਡੀ ਸੇਵਾ ਫਿਰ ਕਿਵੇਂ ਕਰੇ? ਸ਼੍ਰੀ ਹਰਿ ਰਾਏ ਸਭਾ ਮਹਿ ਬੋਲੇ। ਗੁਰੂ ਸਾਹਿਬ ਜੀ, ਗੁਰੂ ਹਰਿਰਾਏ ਸਾਹਿਬ ਉਸ ਸਿੱਖ ਦੀ ਬੇਨਤੀ ਸੁਣ ਕੇ ਦਰਬਾਰ ਵਿੱਚ ਇਉਂ ਬੋਲੇ। ਮੋਹ ਸੋ ਪ੍ਰੇਮ ਕਰਤ ਸਿੱਖ ਦਾਸ। ਮਹਾਰਾਜ ਕਹਿੰਦੇ ਭਾਈ ਜਿਹੜੇ ਮੇਰੇ ਸਿੱਖ ਨੇ ਉਹ ਮੈਨੂੰ ਪ੍ਰੇਮ ਕਰਦੇ ਨੇ। ਪ੍ਰੇਮ ਹੀ ਵੱਡਾ ਨਿਯਮ ਹੈ, ਪ੍ਰੇਮ ਹੀ ਵੱਡੀ ਸੇਵਾ ਹੈ। ਮੇਰੇ ਪਿਆਰੇ ਸਿੱਖ ਜਿਹੜੇ ਮੈਨੂੰ ਜਾਨ ਤੋਂ ਵੀ ਪਿਆਰੇ ਹਨ, ਸੋ ਮੁਝ ਕੋ ਪ੍ਰਿਯ ਨਿਸ ਦਿਨ ਸਿਮਰੈ। ਉਹ ਮੈਨੂੰ ਸਿਮਰਦੇ ਰਹਿੰਦੇ ਆ, ਵਾਹਿਗੁਰੂ 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 ਜਪਦੇ ਰਹਿੰਦੇ ਆ। ਜਿਹੜੇ ਗੁਰੂ ਗੁਰੂ ਜਪਦੇ ਆ, ਗੁਰੂ ਗੁਰੂ ਧਿਆਉਂਦੇ ਆ, ਬਸ ਗੁਰੂ ਦੇ ਆਸਰੇ ਰਹਿੰਦੇ ਆ। ਉਹ ਦੁਨੀਆ ਦੀ ਪਰਵਾਹ ਨਹੀਂ ਕਰਦੇ, ਗੁਰੂ ਦਾ ਹੀ ਭਰੋਸਾ ਰੱਖਦੇ ਆ। ਜਿਨ ਕੇ ਉਰਮੈ ਸ਼ਬਦ ਪ੍ਰਕਾਸ਼। ਜਿਨ੍ਹਾਂ ਦੇ ਹਿਰਦੇ ਸ਼ਬਦ ਦਾ ਪ੍ਰਕਾਸ਼ ਹੋ ਗਿਆ। ਸ਼ਬਦ ਦਾ ਪ੍ਰਕਾਸ਼ ਹੋਣਾ ਸਾਧ ਸੰਗਤ ਜੀ ਸਭ ਤੋਂ ਉੱਪਰਲੀ ਖੇਡ ਹੈ। ਅਜੇ ਤੱਕ ਤੇ ਸਾਨੂੰ ਪਤਾ ਹੀ ਨਹੀਂ ਸਿੱਖੀ ਦੀ ਮਰਿਆਦਾ ਕੀ ਹੈ। ਜਿਹੜੇ ਗੁਰੂ ਘਰ ਦੀ ਸਭ ਤੋਂ ਉੱਪਰਲੀ ਖੇਡ ਹੈ ਉਹ ਨਾਮ ਦੀ ਪ੍ਰਾਪਤੀ ਹੈ। ਜਦੋਂ ਨਾਮ ਜਪਣਾ, ਆਪਾਂ ਤੇ 5-7 ਮਿੰਟ ਵਾਹਿਗੁਰੂ ਵਾਹਿਗੁਰੂ ਕਰ ਲੈਂਦੇ ਹਾਂ ਤੇ ਲੋਕਾਂ ਨੂੰ ਦੱਸਦੇ ਫਿਰਦੇ ਹਾਂ ਵੀ ਮੈਂ ਨਾਮ ਜਪਦਾ ਹਾਂ, ਪਰ ਜਿਹੜੀ ਨਾਮ ਦੀ ਪ੍ਰਾਪਤੀ ਹੈ ਉਹ ਕੁਝ ਹੋਰ ਹੈ। ਨਾਮ ਦੀ ਪ੍ਰਾਪਤੀ ਜਦੋਂ ਹੋ ਜਾਂਦੀ ਫਿਰ ਭੁੱਲਦਾ ਥੋੜ੍ਹਾ, ਫਿਰ ਤਾਂ ਹਰ ਵੇਲੇ ਤੂੰ ਹੀ ਹੁੰਦਾ, ਫਿਰ ਤਾਂ ਭੁੱਲਦਾ ਹੀ ਨਹੀਂ। ਉਠਤ ਬੈਠਤ ਸੋਬਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਫਿਰ ਤੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਵਾਹਿਗੁਰੂ ਹੀ ਹੋਣਾ, ਫਿਰ ਸੁਪਨੇ ਵੀ ਵਾਹਿਗੁਰੂ ਦੇ ਹੋਣੇ ਆ। ਫਿਰ ਤਾਂ ਦੂਜੀ ਗੱਲ ਤਾਂ ਮੂੰਹ ਤੋਂ ਨਿਕਲਣੀ ਨਹੀਂ। ਜਿਨ੍ਹਾਂ ਨੂੰ ਇਹੋ ਜਿਹੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਉਹ ਸ਼ਬਦ ਦੇ ਆਸਰੇ ਰਹਿੰਦੇ ਹਨ। ਹਾਂਜੀ, ਅੰਨ ਦਰਬ ਧਰ ਸ਼ਰਦਾ ਅਰਪ ਹੈ। ਉਹੋ ਜਿਹੇ ਸਿੱਖਾਂ ਨੂੰ, ਨਾਮ ਜਪਣ ਵਾਲਿਆਂ ਨੂੰ ਜੇ ਕੋਈ ਬਸਤਰ ਦੇਵੇ ਜਾਂ ਕੋਈ ਉਹਨਾਂ ਨੂੰ ਪ੍ਰਸ਼ਾਦਾ ਛਕਾਵੇ ਜਾਂ ਉਹਨਾਂ ਨੂੰ ਮਾਇਆ ਦੇਵੇ, ਉਹਨਾਂ ਦੀ ਸੇਵਾ ਕਰੇ, ਉਹ ਵੀ ਮੇਰੀ ਸੇਵਾ ਹੁੰਦੀ ਹੈ। ਜਿਹੜਾ ਗੁਰਸਿੱਖਾਂ ਦੀ ਸੇਵਾ ਕਰਦਾ ਹੈ, ਗੁਰਸਿੱਖਾਂ ਕੀ ਟਹਿਲ ਕਮਾਵਣੀ, ਗੁਰਮੰਤਰ ਰੱਖਣਾ ਚੀਤ, ਇਹ ਮਹਾਰਾਜ ਦਾ ਹੁਕਮ ਹੈ। ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪਣਾ ਤੇ ਗੁਰਸਿੱਖਾਂ ਦੀ ਸੇਵਾ ਕਰਨੀ। ਜਿਹੜਾ ਗੁਰੂ ਕਾ ਪਿਆਰਾ ਇਸ ਤਰ੍ਹਾਂ ਕਰਦਾ ਹੈ, ਤਿਨਕੇ ਦਾਰਦ ਹੋਤ ਬਿਨਾਸ਼, ਉਹਦੇ ਘਰ ਗਰੀਬੀ ਰਹਿੰਦੀ ਕੋਈ ਨਹੀਂ। ਜਿਹੜਾ ਗੁਰੂ ਕੀ ਸੰਗਤ ਨੂੰ ਪ੍ਰਸ਼ਾਦਾ ਛਕਾਏਗਾ, ਗੁਰੂ ਕੀ ਸੰਗਤ ਦੀ ਸੇਵਾ ਕਰੇਗਾ, ਉਹਦੇ ਘਰ ਗਰੀਬੀ ਨਹੀਂ ਰਹਿੰਦੀ। ਉਹਦਾ ਦਲਿੱਦਰ ਭੁੱਖ ਨੰਗ ਤੰਗੀ ਤੁਰਸੀ ਮਿਟ ਜਾਂਦੀ ਹੈ। ਇਸ ਪਰ ਇੱਕ ਇਤਿਹਾਸ ਸੁਣੀਚਾ ਹੈ। ਗੁਰੂ ਹਰਿਰਾਏ ਸਾਹਿਬ ਕਹਿੰਦੇ ਤੁਹਾਨੂੰ ਇੱਕ ਤੇ ਸਾਖੀ ਸੁਣਾਉਂਦੇ ਆ, ਇਤਿਹਾਸ ਸੁਣਾਉਂਦੇ ਆ। ਭਇਓ ਜਥਾ ਉਰ ਤਾਰੋ ਹਤਾਸ, ਜਿੱਦਾਂ ਹੋਈ ਹੈ ਗੱਲ ਉਹ ਤੁਹਾਨੂੰ ਦੱਸਦੇ ਆ। ਇੱਕ ਪਰ ਮਹਿ ਸਿੱਖ ਬਸ ਹੈ ਸੋ ਨਿਰਧਨ। ਇੱਕ ਪਿੰਡ ਵਿੱਚ, ਇੱਕ ਨਗਰ ਵਿੱਚ ਇੱਕ ਸਿੱਖ ਰਹਿੰਦਾ ਸੀ। ਬਹੁਤ ਨਿਰਧਨ ਸੀ, ਗਰੀਬ ਸੀ ਬਹੁਤ ਜ਼ਿਆਦਾ। ਅੰਨ ਦਰਬ ਕਰ ਮਹਿ ਕੁਛ ਨਾ ਹੈ। ਉਹਦੇ ਘਰ ਆਟਾ ਦਾਲ ਧਨ ਪਦਾਰਥ ਮਾਇਆ ਜ਼ਮੀਨ ਜਾਇਦਾਦ ਪ੍ਰਾਪਰਟੀ ਦੁਕਾਨ ਕੁਛ ਨਹੀਂ ਸੀ। ਬਹੁਤ ਹੀ ਗਰੀਬ ਸੀ। ਨਾ ਤਾਂ ਵਿਚਾਰੇ ਕੋਲ ਕੋਈ ਦੁਕਾਨ ਸੀ, ਨਾ ਖੇਤੀਬਾੜੀ ਸੀ, ਤੇ ਨਾ ਹੀ ਕੋਈ ਉਹਦਾ ਕਾਰੋਬਾਰ ਸੀ।
ਨੀਠ ਨੀਠ ਕਰ ਉਦਰ ਪੂਰਨਾ। ਬੜੀ ਮੁਸ਼ਕਲ ਨਾਲ ਔਖੇ ਸੌਖੇ ਪੇਟ ਭਰਦੇ ਸੀ। ਰਾਤ ਨੂੰ ਖਾਂਦੇ ਸੀ, ਸਵੇਰੇ ਨਹੀਂ ਸੀ ਹੁੰਦਾ, ਸਵੇਰੇ ਖਾਂਦੇ ਸੀ, ਰਾਤ ਜੋਗਾ ਨਹੀਂ ਸੀ ਹੁੰਦਾ। ਹਾਂਜੀ। ਦਰਦ ਕੋ ਦੁਖ ਸਦਾ ਸਹਾਏ। ਦਰਿਦਰ ਦਾ, ਭੁੱਖ ਨੰਗ ਦਾ, ਗਰੀਬੀ ਦਾ ਦੁੱਖ ਸਹਿੰਦੇ ਸਨ, ਕਸ਼ਟ ਸਹਿੰਦੇ ਸਨ। ਚਿਰਾ ਚਰੀ ਜੋ ਰਾਤ ਤਿਸ ਗ੍ਰਹਿ ਰਹੈ। ਕਹਿੰਦੇ ਉਹਦੇ ਘਰ, ਜਿੱਥੇ ਕੱਚਾ ਜਿਹਾ ਘਰ ਸੀ ਉਹਦਾ ਬਾਲਿਆਂ ਵਾਲਾ, ਬਾਲਿਆਂ ਤੇ ਕੜੀਆਂ ਦੇ ਛੱਤ ਦੇ ਵਿੱਚ ਇੱਕ ਚਿੜੀ ਤੇ ਚਿੜਾ ਰਹਿੰਦੇ ਸਨ। ਪ੍ਰਥਮ ਜਨਮ ਸਿੱਖ ਸਿੱਖਣੀ ਆਹੇ। ਉਹ ਚਿੜੀ ਚਿੜਾ ਜਿਹੜੇ ਸਨ ਪਿਛਲੇ ਜਨਮ ਦੇ ਸਿੱਖ ਸਿੱਖਣੀ ਸਨ। ਪਿਛਲੇ ਜਨਮ 'ਚ ਉਹਨਾਂ ਨੂੰ ਗੁਰੂ ਘਰ ਦੀ ਸਿੱਖੀ ਪ੍ਰਾਪਤ ਸੀ, ਪਰ ਕੋਈ ਕਰਮ ਐਸਾ ਸੀ ਜਿਹਦੇ ਕਰਕੇ ਉਹਨਾਂ ਨੂੰ ਉਹ ਜੂਨੀ ਮਿਲੀ ਹੋਈ ਸੀ। ਸਹਿਤ ਗਿਆਨ ਕੇ ਗੁਰੂ ਮਹਾਤਮ। ਪਰ ਉਹਨਾਂ ਨੂੰ ਗਿਆਨ ਸੀਗਾ, ਗੁਰੂ ਦੀ ਮਹਿਮਾ ਦਾ ਪਤਾ ਸੀ। ਕਈ ਵਾਰੀ ਸਿੱਖ ਨੂੰ ਵੀ ਜੂਨ ਮਿਲ ਜਾਂਦੀ ਹੈ, ਪਰ ਉਹਨੂੰ ਗਿਆਨ ਹੁੰਦਾ ਹੈ ਵੀ ਮੈਨੂੰ ਇਹ ਕਰਮ ਕਰਕੇ ਜੂਨ ਮਿਲੀ ਹੈ ਤੇ ਇਹ ਮੈਂ ਨਿਬੇੜ ਕੇ ਫਿਰ ਗੁਰੂ ਕੋਲ ਹੀ ਜਾਣਾ ਹੈ। ਉਹ ਪਿਛਲੇ ਜਨਮ ਦੇ ਸਿੱਖ ਸਿੱਖਣੀ ਸੀਗੇ, ਪਰ ਬਣੇ ਸੀ ਚਿੜੀ ਚਿੜਾ। ਉਸ ਗਰੀਬ ਬੰਦੇ ਦੇ ਘਰ ਰਹਿੰਦੇ ਸੀ, ਜਿਹੜਾ ਇੰਨਾ ਲਾਚਾਰ ਸੀ ਵੀ ਰੋਟੀ ਇੱਕ ਟਾਈਮ ਨਿਆਣੇ ਖਾਂਦੇ, ਇੱਕ ਟਾਈਮ ਭੁੱਖੇ ਸੌਂਦੇ ਸੀ। ਹਾਂਜੀ। ਕਿਸੇ ਕਰਮ ਤੇ ਖਗ ਤਨ ਵਾਹੇ। ਕਿਸੇ ਕਰਮ ਕਰਕੇ ਸਿੱਖ ਸਿੱਖਣੀ ਨੂੰ ਚਿੜੀ ਚਿੜੇ ਦਾ ਸਰੀਰ ਮਿਲਿਆ ਸੀ, ਪਰ ਗਿਆਨ ਉਹਨਾਂ ਨੂੰ ਸੋਝੀ ਪੂਰੀ ਸੀ। ਹਾਂਜੀ। ਨਿਰਧਨ ਅਪਦਾ ਤਿਸ ਕੇ ਦੇਖਤ। ਉਹ ਜਿਹੜਾ ਗਰੀਬ ਆਦਮੀ ਸੀ ਉਹਦੀ ਉਹ ਗਰੀਬੀ ਦੇਖਦੇ ਸਨ ਚਿੜੀ ਚਿੜਾ ਦੋਵੇਂ। ਉੱਤੇ ਜੋ ਰਹਿੰਦੇ ਸੀ ਘਰ ਦੇ ਵਿੱਚ ਹੀ, ਉਹਨਾਂ ਨੇ ਪਹਿਲਾਂ ਸਾਧ ਸੰਗਤ ਜੀ ਆਪਣੇ ਪਿੰਡਾਂ 'ਚ ਕੜੀਆਂ ਬਾਲਿਆਂ ਵਾਲੇ ਮਕਾਨ ਛੱਤ ਹੁੰਦੇ ਸੀ। ਇਹ ਤਾਂ ਸਾਡੇ ਦੇਖਦਿਆਂ ਹੁਣ ਲੈਂਟਰ ਪੈਣੇ ਸ਼ੁਰੂ ਹੋਏ ਨੇ, ਨਹੀਂ ਤਾਂ ਛਤੀਰੀਆਂ ਹੁੰਦੀਆਂ ਸੀ ਲੱਕੜ ਦੀਆਂ, ਤੇ ਉਹਦੇ ਉੱਤੇ ਬਾਲੇ ਪਾ ਕੇ ਤੇ ਲੋਕ ਵਿਚਾਰੇ ਕੱਖਾਂ ਦੇ ਛੱਤ ਪਾ ਲੈਂਦੇ ਸੀ ਜਾਂ ਟੈਲਾਂ ਟੂਲਾਂ ਪਾ ਲੈਂਦੇ ਸੀ ਤੇ ਮਾੜਾ ਮੋਟਾ ਘਰ ਬਣਾਉਂਦੇ ਸੀ। ਇੱਦਾਂ ਉਹਦਾ ਪੁਰਾਣਾ ਘਰ ਸੀ, ਇੱਦਾਂ ਦਾ ਕੱਚਾ ਜਿਹਾ। ਉਹਦੇ ਕੱਚੇ ਘਰ ਦੇ ਵਿੱਚ ਜਿੱਥੇ ਦੋ ਬਾਲੇ ਜੁੜਦੇ ਨੇ ਨਾ ਛਤੀਰੀ ਦੇ ਉੱਤੋਂ ਦੀ, ਉੱਥੇ ਥਾਂ ਹੁੰਦੀ ਥੋੜ੍ਹੀ ਜਿਹੀ, ਉੱਥੇ ਚਿੜੀ ਅਕਸਰ ਚਿੜੇ ਚਿੜੀ ਰਹਿੰਦੇ ਹੁੰਦੇ ਸੀ ਆਪਣੇ ਪਿੰਡਾਂ 'ਚ। ਹੁਣ ਤੱਕ ਦੇਖਦੇ ਰਹੇ ਹਾਂ ਅਸੀਂ, ਤੇ ਪਹਿਲਾਂ ਤਾਂ ਬਹੁਤ ਸੀ। ਉਹ ਚਿੜੇ ਜਿਹੜੇ ਸਨ, ਚਿੜੀ ਚਿੜਾ ਉੱਤੇ ਰਹਿੰਦੇ ਤੇ ਉਹਦੀ ਗਰੀਬੀ ਦੇਖਦੇ। ਉਹਨਾਂ ਨੂੰ ਸੋਝੀ ਪੂਰੀ ਸੀ। ਉਹ ਦੇਖਦੇ ਵੀ ਵਿਚਾਰਾ ਗਰੀਬ ਹੈ, ਇਹਦੇ ਬੱਚੇ ਵੀ ਭੁੱਖੇ ਸੌਂਦੇ ਹੈ, ਆਪ ਵੀ ਭੁੱਖਾ ਸੌਂਦਾ ਹੈ। ਇੱਕ ਦਿਨ ਰੋਟੀ ਪੱਕਦੀ ਹੈ, ਇੱਕ ਦਿਨ ਨਹੀਂ ਪੱਕਦੀ, ਤੇ ਘਰ ਦੀ ਹਾਲਤ ਮਾੜੀ ਵੇਖਦੇ ਸਨ। ਅਤ ਚਿੰਤਾ ਚਿਤ ਮਹਿ ਬਿਲਖਾਏ। ਉਹ ਦੇਖਦੇ ਸੀ ਵੀ ਵਿਚਾਰਾ ਚਿੰਤਾ 'ਚ ਪਿਆ ਰਹਿੰਦਾ, ਬਹੁਤ ਬਿਲਖਦਾ ਰਹਿੰਦਾ, ਬਿਰਲਾਪ ਕਰਦਾ ਰਹਿੰਦਾ ਸਿੱਖ। ਹਿਰਦੇ ਵਿਚਾਰਤ ਬਿਪਤਾ ਹਰਬੇ। ਉਹ ਚਿੜੀ ਚਿੜੇ ਨੇ ਸੋਚਿਆ ਵੀ ਇਹ ਗਰੀਬ ਦੀ ਗਰੀਬੀ ਦੂਰ ਕਰ ਦਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦੇ ਮਨ 'ਚ ਸਿੱਖ ਪਰਉਪਕਾਰੀ ਹੁੰਦਾ, ਭਾਵੇਂ ਅਗਲੇ ਜਨਮ ਚਲਾ ਜਾਵੇ। ਸਾਧ ਸੰਗਤ ਜੀ, ਜਿਹੜੇ ਭਾਂਡੇ 'ਚ ਘਿਓ ਪਿਆ ਹੋਵੇ ਨਾ, ਸਿੰਧਾਈ ਰਹਿੰਦੀ, ਭਾਵੇਂ ਭਾਂਡਾ ਟੁੱਟ ਹੀ ਜਾਵੇ। ਗੁਰੂ ਘਰ ਇੱਕ ਵਾਰੀ ਬੰਦਾ ਆ ਗਿਆ, ਕੀਰਤਨ ਕਥਾ ਸੁਣਨ ਲੱਗ ਪਿਆ, 2-4 ਸਾਲ ਗੁਰੂ ਘਰ ਨਾਲ ਜੁੜ ਗਿਆ, ਚੜ੍ਹਾਈ ਕਰ ਗਿਆ। ਅਗਲੇ ਜਨਮ 'ਚ ਬੇਸ਼ੱਕ ਮੁਕਤੀ ਨਾ ਹੋਵੇ, ਜਾਏਗਾ ਜਿੱਥੇ, ਉੱਥੇ ਗੁਰੂ ਦੀ ਗੱਲ ਜ਼ਰੂਰ ਕਰੇਗਾ, ਜ਼ਰੂਰ ਸੁਣੇਗਾ, ਸੰਸਕਾਰ ਜ਼ਰੂਰ ਜਾਗਣਗੇ। ਉਹ ਚਿੜੀ ਚਿੜੇ ਨੂੰ ਇੰਨਾ ਸੰਸਕਾਰ ਸਨ ਵੀ ਇਹ ਵਿਚਾਰਾ ਗਰੀਬ ਹੈ, ਇਹਦਾ ਭਲਾ ਕਰੀਏ। ਚਿਰਾ ਚਿਰੀ ਤਬ ਕੀਨ ਸਹਾਏ। ਚਿੜੇ ਚਿੜੀ ਨੇ ਉਹਨਾਂ ਦੀ ਸਹਾਇਤਾ ਕਿਵੇਂ ਕੀਤੀ? ਤਿਸ ਗ੍ਰਹਿ ਤੇ ਲੈ ਅੰਨ ਚੁੰਚ ਭਰ। ਉਹ ਚਿੜੀ ਚਿੜੇ ਨੇ ਆਪਸ ਸਲਾਹ ਕੀਤੀ। ਉਸ ਗਰੀਬ ਦੇ ਘਰ ਗਰੀਬੀ ਸੀ, ਕਦੀ ਕਦੀ ਉਹ ਆਟਾ ਲਿਆਉਂਦਾ ਜਾਂ ਕਣਕ ਲਿਆਉਂਦਾ, ਤੇ ਕੋਈ ਦਾਣੇ, ਕੋਈ ਮਾੜੀ ਮੋਟੀ ਜੋ ਵੀ ਕੁਛ ਹੁੰਦਾ ਨਾ, ਚਿੜੀ ਤੇ ਚਿੜਾ ਦੋਵੇਂ ਚੁੰਝ ਭਰ ਕੇ ਉਹਦੇ ਘਰੋਂ 2-4 ਦਾਣੇ ਚੁੱਕਦੇ, ਗਰ ਆਹਾਰ ਮੈਂ ਆਨ ਮਿਲਾਏ। ਗੁਰੂ ਦੇ ਲੰਗਰ 'ਚ ਲਿਆ ਕੇ ਪਾ ਜਾਂਦੇ। 2 ਦਾਣੇ, 1 ਦਾਣਾ, ਜਿੰਨਾ ਹੁਣ ਚਿੜੀ ਦੀ ਚੁੰਝ 'ਚ ਕਿੰਨੇ ਕੁ ਦਾਣੇ ਆਉਂਦੇ, ਵੱਧ ਤੋਂ ਵੱਧ ਕਣਕ ਦੇ 2 ਦਾਣੇ ਪਾ ਲੇਗੀ। ਚਿੜਾ ਵੀ 2 ਦਾਣੇ ਚੁੱਕ ਲੈਂਦਾ ਹੋਣਾ, 4-5 ਦਾਣੇ ਕਣਕ ਦੇ ਜਾਂ ਕਿਸੇ ਵੀ ਚੌਲਾਂ ਦੇ, ਉਹ ਲਿਆ ਕੇ ਤੇ ਗੁਰੂ ਦੇ ਲੰਗਰ 'ਚ ਛੱਡ ਜਾਂਦੇ ਸੀ। ਹਾਂਜੀ। ਕਿਤਕ ਦਿਵਸ ਮਹਿ ਪਈ ਸੰਪਦਾ। ਆਹਾ, ਗੁਰੂ ਨਾਨਕ ਦੇ ਘਰ 'ਚ ਲੰਗਰ 'ਚ ਹਿੱਸਾ ਪਾਉਣ ਦਾ ਫਲ ਮਿਲਿਆ। ਹਾਲਾਂਕਿ ਉਹਨਾਂ ਨੇ, ਉਹ ਜਿਹੜਾ ਗਰੀਬ ਸੀ ਉਹਨੂੰ ਤਾਂ ਨਹੀਂ ਸੀ ਪਤਾ। ਜੇ ਪਤਾ ਹੋਵੇ ਤੇ ਪਾਵੇ ਤੇ ਫਿਰ ਤਾਂ ਕਿਆ ਬਾਤ ਆ, ਬਿਨਾਂ ਪਤੇ ਦੇ ਪੈ ਜਾਵੇ ਤਾਂ ਕਿਆ ਬਾਤ। ਕਹਿੰਦੇ ਪਤਾ ਨਹੀਂ ਸੀ, ਚਿੜੀ ਚਿੜਾ ਹੀ ਪਾਉਂਦੇ ਸੀਗੇ, ਤੇ ਥੋੜੇ ਦਿਨਾਂ ਵਿੱਚ ਹੀ ਨਾ ਪਾਸਾ ਪਲਟ ਗਿਆ, ਗਰੀਬੀ ਉੱਡ ਗਈ, ਘਰ ਦੇ ਵਿੱਚ ਸਾਰੀ ਸੰਪਦਾ ਹੋ ਗਈ। ਧਨ ਅਰ ਅੰਨ ਭਇਓ ਸਮੁਦਾਇ। ਅੰਨ ਧਨ ਦੀ ਕਮੀ ਨਹੀਂ ਰਹੀ, ਮਾਇਆ ਵੀ ਖੁੱਲ੍ਹੀ ਆਉਣ ਲੱਗ ਪਈ,
ਬੱਚਿਆਂ ਦੇ ਖਾਣ ਪੀਣ ਦਾ, ਪਹਿਨਣ ਦਾ, ਮਕਾਨਾਂ ਦਾ ਸਾਰਾ ਸਿਸਟਮ ਬਣਦਾ ਗਿਆ। ਹੌਲੇ ਹੌਲੇ ਸਾਰਾ ਕੁਝ ਵਧੀਆ ਹੋ ਗਿਆ। ਹਾਂਜੀ, ਕਰ ਮਿਹਨਤ ਕੋ ਆਨ ਮਜ਼ਦੂਰੀ। ਹੁਣ ਉਹਦੀ ਮਿਹਨਤ ਮਜ਼ਦੂਰੀ ਨੂੰ ਬਰਕਤ ਪੈਣ ਲੱਗ ਪਈ। ਜਿੰਨੀ ਮਾਇਆ ਹੁੰਦੀ ਉਹ 'ਚ ਬਰਕਤ ਪੈਣ ਲੱਗ ਪਈ, ਕਿਉਂਕਿ ਗੁਰੂ ਦੇ ਘਰ ਉਹਦੇ ਘਰੋਂ ਦਾਣੇ ਜਾਂਦੇ ਸਨ। ਉਹਦੇ ਘਰ 'ਚੋਂ 2 ਦਾਣੇ ਚਿੜੀ ਤੇ 2 ਦਾਣੇ ਚਿੜਾ ਜਾ ਕੇ ਗੁਰੂ ਲੰਗਰ 'ਚ ਪਾਉਂਦੇ ਸਨ। ਥੋੜੇ ਦਿਨਾਂ ਵਿੱਚ ਹੀ ਇੰਨੀ ਬਰਕਤ ਹੋ ਗਈ। ਤਿਸ ਤੇ ਅੰਨ ਲਿਆਏ ਗ੍ਰਹਿ ਮਾਹੇ। ਉੱਥੋਂ ਫਿਰ ਘਰ ਦੇ ਵਿੱਚ ਰੌਣਕਾਂ ਲੱਗਣ ਲੱਗ ਪਈਆਂ। ਜਿੰਨਾ ਅੱਗੇ ਸਵੇਰੇ ਰੋਟੀ ਪੱਕਦੀ ਸੀ, ਸ਼ਾਮ ਦੀ ਨਹੀਂ ਸੀ ਪੱਕਦੀ, ਸ਼ਾਮ ਦੀ ਪੱਕਦੀ, ਸਵੇਰ ਦੀ ਨਹੀਂ ਸੀ ਪੱਕਦੀ। ਹੁਣ ਤਾਂ 3 ਟਾਈਮ ਪ੍ਰਸ਼ਾਦੇ ਪੱਕਣ ਲੱਗੇ। ਸ਼ਸ਼ਕ ਕਰਨ ਕੋ ਪਾਏ ਅਜਰ ਮਹਿ। ਔਰ ਕਹਿੰਦੇ ਵਿਹੜੇ ਦੇ ਵਿੱਚ ਸੋਹਣਾ ਮਕਾਨ ਨਵਾਂ ਬਣ ਗਿਆ। ਕੁੱਟ ਹੈ ਪੀਸ ਹੈ ਪੁੰਨ ਸੋ ਖਾਹੇ। ਤੇ ਕਹਿੰਦੇ ਘਰ ਦੇ ਵਿੱਚ ਉਹ ਕੁੱਟਦੇ ਪੀਸਦੇ ਸੀ। ਪਹਿਲਾਂ ਤਾਂ ਸਾਰੇ ਗਰੀਬ ਅਮੀਰ ਘਰ ਚੱਕੀ ਹੁੰਦੀ ਸੀ, ਉਹ ਸਿੱਖਣੀ ਉਹਦੀ ਘਰ ਵਾਲੀ ਜਿਹੜੀ ਸੀ ਉਹ ਚੱਕੀ ਪੀਸਦੀ ਤੇ ਉਹ ਆਟਾ ਬਣਾ ਕੇ ਬੱਚਿਆਂ ਨੂੰ ਰੋਟੀ ਪਕਾ ਕੇ ਖਵਾਉਂਦੀ। ਤਹ ਤੇ ਚੁੰਚ ਬਖੈ ਕੁਛ ਲੈ ਕਰ। ਉਹ ਚਿੜੀ ਚਿੜਾ ਉਸੇ ਤਰ੍ਹਾਂ ਉਹਦੇ ਘਰੋਂ ਚੁੰਝ ਦੇ ਨਾਲ ਜੋ ਕੁਝ ਵੀ ਹੁੰਦਾ, ਕਣਕ ਹੁੰਦੀ, ਚੌਲ ਹੁੰਦੇ, ਚੱਕ ਲੈਂਦੇ ਤੇ ਗੁਰੂ ਹਰਿ ਸਾਹਿਬ ਦੇ ਲੰਗਰ ਵਿੱਚ ਪਾ ਆਉਂਦੇ। ਮਮ ਸੰਗਤ ਕੇ ਲੰਗਰ ਪਾਹੇ। ਸਤਿਗੁਰੂ ਆਪ ਸੁਣਾ ਰਹੇ ਨੇ ਗੁਰੂ ਹਰਿ ਸਾਹਿਬ ਜੀ ਸਾਖੀ। ਕਹਿੰਦੇ ਉਹ ਮੇਰੇ ਲੰਗਰ ਵਿੱਚ, ਗੁਰੂ ਨਾਨਕ ਦੇ ਸੰਗ ਲੰਗਰ ਵਿੱਚ ਪਾ ਦਿੰਦੇ ਸਨ। ਸਿੱਖਿਅਨ ਜੁਤ ਮੈਂ ਭੋਜਨ ਕਰਹਾ। ਉਹਦਾ ਪ੍ਰਸ਼ਾਦਾ ਸਿੱਖ ਵੀ ਛਕਦੇ ਸੀ, ਅਸੀਂ ਵੀ ਛਕਦੇ ਸੀ, ਕਿਉਂਕਿ ਜਦੋਂ ਸੰਗਤ ਛਕਦੀ ਹੈ, ਸੰਗਤ ਵਿੱਚ ਗੁਰੂ ਛਕਦਾ ਹੈ। ਆਖੋ ਸ੍ਰੀ ਵਾਹਿਗੁਰੂ। ਜਦੋਂ ਆਪਾਂ ਗੁਰਦੁਆਰੇ ਆ ਕੇ ਲੰਗਰ ਛਕ ਰਹੇ ਹਾਂ ਨਾ, ਸੰਗਤ ਛਕ ਰਹੀ ਹੈ, ਇਹ ਸਮਝੋ ਗੁਰੂ ਸਾਹਿਬ ਵਿੱਚੇ ਬਹਿ ਕੇ ਛਕ ਰਹੇ ਆ। ਗੁਰੂ ਸਾਹਿਬ ਨੂੰ ਵੱਖਰਾ ਨਾ ਸਮਝੋ, ਕਿਉਂਕਿ ਸਿੱਖਾਂ ਦੇ ਵਿੱਚ ਹੀ ਤੇ ਗੁਰੂ ਰਹਿੰਦਾ। ਸੰਗਤ ਵਿੱਚ ਗੁਰੂ ਸਾਹਿਬ ਕਹਿੰਦੇ ਅਸੀਂ ਪ੍ਰਸ਼ਾਦਾ ਛਕਦੇ ਸੀ। ਜਾਂ ਤੇ ਭਇਓ ਪੁੰਨ ਅਧਿਕਾਹੇ। ਬੜਾ ਪੁੰਨ ਹੋ ਗਿਆ ਜਦੋਂ ਗੁਰੂ ਨੂੰ ਲੰਗਰ ਛਕਾਤਾ। ਗੁਰੂ ਦੀ ਸੰਗਤ ਨੂੰ ਲੰਗਰ ਛਕਾਉਣ ਵਰਗਾ ਤਾਂ ਪੁੰਨ ਹੀ ਕੋਈ ਨਹੀਂ। ਬੜਾ ਭਾਰੀ ਪੁੰਨ ਇਕੱਠਾ ਹੋ ਗਿਆ। ਇਹ ਉਪਕਾਰ ਭਇਓ ਦਿਨ ਕੇਤਕ। ਕੁਝ ਦਿਨਾਂ ਵਿੱਚ ਉਹ ਚਿੜੀ ਚਿੜੇ ਦਾ ਉਪਕਾਰ ਉਸ ਗਰੀਬ ਨੂੰ ਤਾਰ ਗਿਆ। ਭਈ ਸੰਪਦਾ ਤਿਸ ਗ੍ਰਹਿ ਆਏ। ਉਹਦੇ ਘਰ ਰੌਣਕਾਂ ਹੀ ਲੱਗ ਗਈਆਂ। 12 ਹੋ ਗਈਆਂ। 9 ਨਿਧੀਆਂ 18 ਸਿੱਧੀਆਂ ਪਿੱਛੇ ਲੱਗਣ ਲੱਗ ਪਈਆਂ। ਘਰ ਦੇ ਵਿੱਚ ਰੌਣਕਾਂ ਲੱਗ ਗਈਆਂ। ਬੜਾ ਕੁਝ ਹੋ ਗਿਆ। ਹਾਂਜੀ, ਬਹੁਤ ਅੰਨ ਪਏ ਤੇ ਤਿਸ ਤੇ। ਉਸ ਘਰ ਦੇ ਵਿੱਚ ਜਿੱਥੇ ਬੜੀ ਗਰੀਬੀ ਸੀ, ਬੜਾ ਅੰਨ ਧਨ ਹੋ ਗਿਆ। ਨਾ ਪੈਸੇ ਦੀ ਕਮੀ ਰਹੀ, ਨਾ ਖਾਣ ਪੀਣ ਦੀਆਂ ਵਸਤੂਆਂ ਦੀ ਕਮੀ ਰਹੀ, ਨਾ ਵਧੀਆ ਮੰਜੇ ਬਿਸਤਰੇ ਵੀ ਆ ਗਏ। ਬੱਚਿਆਂ ਦੀ ਸਾਰੀਆਂ ਕੱਪੜੇ ਲੱਤੇ ਦੀ ਕੋਈ ਵੀ ਕਮੀ ਜਿਹੜੀ ਸੀ ਨਹੀਂ ਰਹੀ। ਹਾਂਜੀ, ਛਪਰੀ ਤੋਰ ਆਪਣੀ ਥਾਏ। ਹੁਣ ਫਿਰ ਉਹਨੇ ਆਖਿਆ ਵੀ ਹੁਣ ਤਾਂ ਨਵਾਂ ਮਕਾਨ ਬਣਾਈਏ, ਪੈਸੇ ਆ ਗਏ। ਉਹਨੇ ਆਪਣੀ ਜਿਹੜੀ ਉਹ ਕੱਚੀ ਛੱਪੜੀ ਸੀ, ਕੱਚਾ ਘਰ ਸੀ ਨਾ, ਛੰਨ ਜਿਹੜੀ ਸੀ ਉਹ ਤੋੜ ਦਿੱਤੀ। ਸੁੰਦਰ ਘਰ ਚਨਾਏ ਕਰ ਕੀਨਸ। ਪੱਕਾ ਮਕਾਨ ਬਣਾਈਏ ਕਹਿੰਦੇ। ਸੋਹਣਾ ਘਰ ਬਣਾਇਆ, ਮਿਸਤਰੀਆਂ ਨੂੰ ਬੁਲਾਇਆ ਤੇ ਪੱਕਾ ਘਰ ਚਣਵਾ ਲਿਆ। ਬਸ ਹੈ ਤਹਾਂ ਆਨੰਦ ਉਪਜਾਏ। ਉਹ ਘਰ ਢਾਹ ਦਿੱਤਾ ਪੁਰਾਣਾ, ਜਿਹਦੇ ਵਿੱਚ ਚਿੜੀ ਚਿੜੇ ਛੱਤ ਵਿੱਚ ਰਹਿੰਦੇ ਸਨ। ਚਿੜੀ ਚਿਰਾ ਤਬ ਅਪਰਥਾਨ ਮਹਿ। ਉਹ ਚਿੜੀ ਚਿੜੇ ਵਿਚਾਰੇ ਕਿਤੇ ਹੋਰ ਚਲੇ ਗਏ। ਹਾਂਜੀ, ਕੀਨ ਆਲਣਾ ਬ੍ਰਿਛ ਬਸਾਏ। ਉਹਨਾਂ ਨੇ ਜਾ ਕੇ ਕਿਸੇ ਦਰਖਤ ਦੇ ਉੱਤੇ ਆਪਣਾ ਆਲਣਾ ਪਾ ਲਿਆ। ਉਹਨਾਂ ਦੇ ਆਪਣੇ ਬੱਚੇ ਪਾਲਣੇ ਸੀ ਚਿੜੀ ਚਿੜੇ ਨੇ। ਉਹ ਕਿਸੇ ਹੋਰ ਜਗ੍ਹਾ ਤੇ ਜਾ ਕੇ ਰਹਿਣ ਲੱਗ ਪਏ। ਤਬ ਹੀ ਤੇ ਸੰਪਤ ਤਿਸ ਗ੍ਰਹਿ ਕੀ। ਪਰ ਉਸ ਬੰਦੇ ਦੇ ਘਰੋਂ ਜਿਹੜਾ ਦਸਵੰਧ ਆਉਂਦਾ ਸੀ, ਉਹ ਆਉਣਾ ਬੰਦ ਹੋ ਗਿਆ। ਗੁਰੂ ਘਰ ਦੇ ਵਿੱਚ ਚਿੜੀ ਚਿੜਾ ਹੀ ਲੈ ਕੇ ਆਉਂਦੇ ਸੀ, ਉਹ ਨਹੀਂ ਆਉਂਦੇ ਹੁਣ। ਉਹਨੂੰ ਪਤਾ ਨਹੀਂ ਵੀ ਮੇਰੇ ਘਰੋਂ ਦਸਵੰਧ ਵੀ ਜਾਣਾ ਜ਼ਰੂਰੀ ਹੈ। ਉਹ ਤੇ ਫਿਰ ਜਿਹੜੀ ਉਹਦੀ ਇੰਨੀ ਪ੍ਰਾਪਰਟੀ ਬਣ ਗਈ ਸੀ ਨਾ, ਜਿੰਨਾ ਘਰ ਉਹਦਾ ਖੁਸ਼ਹਾਲ ਹੋ ਗਿਆ ਸੀ, ਹੌਲੇ ਹੌਲੇ ਫਿਰ ਘਾਟੇ ਵੱਲ ਚੱਲ ਪਿਆ। ਦਿਨੋਂ ਦਿਨ ਫਿਰ ਪਿੱਛੇ ਨੂੰ ਹੋਣਾ ਸ਼ੁਰੂ ਹੋ ਗਿਆ ਸਾਰਾ ਕੁਝ। ਸਨਾ ਸਨਾ ਹੋਈ ਬਿਨਸਾਏ। ਸਹਿਜੇ ਸਹਿਜੇ ਸਾਰਾ ਕੁਝ ਖਤਮ ਹੋ ਗਿਆ। ਲੰਗਰ ਅੰਸ਼ ਭਰਨ ਤੇ ਹਟ ਗਈ। ਕਿਉਂਕਿ ਉਹਦੇ ਘਰ ਦੀ ਅੰਸ਼ ਜਿਹੜੀ ਲੰਗਰ 'ਚ ਪੈਂਦੀ ਸੀ, ਉਹ ਅੰਸ਼ ਪੈਣੀ ਹਟ ਗਈ। ਤਿਸ ਕੋ ਫਲ ਕੈਸੇ ਪੁੰਨ ਪਾਏ। ਹੁਣ ਜਦੋਂ ਪੁੰਨ ਹੀ ਨਹੀਂ ਤੇ ਉਹਦਾ ਫਲ ਕਿੱਥੋਂ ਮਿਲਣਾ? ਪੁੰਨ ਬੰਦ ਹੋ ਗਿਆ, ਪੁੰਨ ਦਾ ਫਲ ਵੀ ਬੰਦ ਹੋ ਗਿਆ। ਹਾਂਜੀ, ਭਇਓ ਅਧੀਨ ਦਰਦੀ ਹੋਇਆ ਕਰ। ਕਹਿੰਦੇ ਅਧੀਨ ਜਿਹਾ ਹੋ ਕੇ, ਦਰਿਦਰੀ ਹੋ ਕੇ, ਦੁਖੀ ਹੋ ਕੇ ਆਏ ਪਰਿਓ ਹਮਰੀ ਸ਼ਰਨਾਏ। ਉਹ ਸਾਡੇ ਕੋਲ ਆ ਗਿਆ। ਗੁਰੂ ਸਾਹਿਬ ਹਰਿ ਸਾਹਿਬ ਜੀ ਦੱਸ ਰਹੇ ਨੇ ਵੀ ਉਹ ਸਾਡੇ ਕੋਲ ਆਇਆ। ਫਿਰ ਹੇ ਪ੍ਰਭ ਤੁਮ ਬਿਨ ਕੋਈ ਨ ਰਖਿਅਕ। ਤੇ ਕਹਿਣ ਲੱਗਾ, ਮਹਾਰਾਜ ਤੁਹਾਡੇ ਤੋਂ ਬਿਨਾਂ ਮੇਰਾ ਹੁਣ ਕੋਈ ਰਾਖਾ ਨਹੀਂ ਹੈ। ਕਰੋ ਕਿਰਪਾ ਅਬ ਬਨਹੁ ਸਹਾਏ। ਹੁਣ ਕਿਰਪਾ ਕਰੋ, ਮੇਰੀ ਸਹਾਇਤਾ ਕਰੋ ਮਹਾਰਾਜ। ਸਿੱਖ ਤੁਮਾਰੇ ਨਾਮ ਜਗਤ ਕਹੈ। ਮਹਾਰਾਜ ਅਸੀਂ ਤੁਹਾਡੇ ਸਿੱਖ ਹਾਂ,
ਤੁਹਾਨੂੰ ਤੁਹਾਡਾ ਸਿੱਖ ਕਹਿੰਦੇ ਜਗਤ ਵਿੱਚ। इसकी लाज आपको होए। ਹਾਂ, ਇਹਦੀ ਲਾਜ ਮਹਾਰਾਜ ਤੁਹਾਨੂੰ ਹੈ। ਇਸ ਕੀ ਲਾਜ ਆਪ ਕੋ ਹੋਏ, ਇਹਦੀ ਇਲਾਜ ਆਪ ਜੀ ਨੇ ਰੱਖਣੀ ਹੈ। दारद ते संपत बड़ बिरदी। ਕਹਿੰਦੇ ਦਲਿੱਦਰ ਨਾਲ ਮਹਾਰਾਜ ਅਸੀਂ ਬੜੇ ਜੂਝਦੇ ਸਾਂ, ਬੜੇ ਗਰੀਬ ਸਾਂ ਅਸੀਂ, ਪਰ ਪਤਾ ਨਹੀਂ ਫਿਰ ਵਿੱਚੋਂ ਕਿੰਨੇ ਚੰਗੇ ਦਿਨ ਆਏ, ਸਾਡੇ ਕੋਲ ਬਹੁਤ ਕੁਝ ਹੋ ਗਿਆ अब है विनाशवान बन सोए। ਤੇ ਹੁਣ ਸਾਰਾ ਕੁਝ ਬਿਨਸ ਵੀ ਗਿਆ। ਫਿਰ ਪਿੱਛੇ ਨੂੰ ਚੱਲ ਪਿਆ ਕੰਮ, ਹੁਣ ਘਟਣ ਲੱਗ ਪਿਆ। ਕੁਝ ਸਾਲ ਸਾਡੇ ਸੌਖੇ ਲੰਘੇ ਸੀਗੇ, ਹੁਣ ਫਿਰ ਪਹਿਲੇ ਵਾਲੀ ਗਰੀਬੀ ਤੰਗੀ ਆ ਗਈ ਹੈ। अपदा आन भरी निर्वार हो। ਮਹਾਰਾਜ ਸਾਡੇ ਤੇ ਬੜੀ ਆਪਦਾ ਆ ਗਈ ਹੈ, ਮੁਸੀਬਤ ਆ ਗਈ ਹੈ, ਕਿਰਪਾ ਕਰੋ, ਦੂਰ ਕਰੋ। आस समरथ जत अपर न कोय। ਆਪ ਜੀ ਵਰਗਾ ਮਹਾਰਾਜ ਸਮਰੱਥ ਕੋਈ ਨਹੀਂ ਹੈ। ਹਾਂਜੀ, जथा चाहो तुम तथा रचो प्रभ। ਜਿਵੇਂ ਆਪ ਜੀ ਚਾਹੁੰਦੇ ਹੋ ਮਹਾਰਾਜ ਉਸ ਤਰ੍ਹਾਂ ਹੀ ਕਰ ਸਕਦੇ ਹੋ। ਸਮਰੱਥ ਹੋ ਤੁਸੀਂ, ਸਾਡੀ ਗਰੀਬੀ ਦੂਰ ਕਰ ਦਿਓ। रखो किसे किसे देह खोए। ਆਪ ਕਿਸੇ ਨੂੰ ਚਾਹੋ ਰੱਖ ਲਓ, ਕਿਸੇ ਨੂੰ ਚਾਹੋ ਮਾਰ ਲਓ, ਮਾਰਨ ਰੱਖਣ ਵਾਲੇ ਆਪ ਹੋ ਮਹਾਰਾਜ। बिनती सुन हमने समझायो हो। ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਕਹਿੰਦੇ ਅਸੀਂ ਉਹਦੀ ਬੇਨਤੀ ਸੁਣ ਕੇ ਉਹਨੂੰ ਸਮਝਾਇਆ। होन संपदा कारण जोए। ਤੈਨੂੰ ਨਹੀਂ ਪਤਾ ਤੇਰੇ ਘਰ ਅਮੀਰੀ ਕਿਵੇਂ ਆਈ ਸੀ, ਤੇਰੀ ਭੁੱਖ ਗਰੀਬੀ ਕਿਵੇਂ ਦੂਰ ਹੋਈ ਸੀ। ਤੇਰੇ ਘਰ ਜਿਹੜੇ ਚਿੜੀ ਚਿੜਾ ਰਹਿੰਦੇ ਸੀ, ਉਹ ਤੇਰੇ ਘਰ ਦੇ ਦਾਣੇ ਲਿਆ ਕੇ ਗੁਰੂ ਦੇ ਲੰਗਰ 'ਚ ਪਾਉਂਦੇ ਸੀ, ਉੱਥੋਂ ਤੇਰੇ ਘਰ 'ਚ ਬਰਕਤਾਂ ਆਉਂਦੀਆਂ ਸਨ। गुर की देग अंश तब करते। ਤੇਰੇ ਘਰੋਂ ਭਾਵੇਂ 2 ਦਾਣੇ ਹੀ ਰੋਜ਼ ਆਉਂਦੇ ਹੋਣ, ਗੁਰੂ ਦੇ ਲੰਗਰ 'ਚ ਪੈ ਜਾਂਦੇ ਸੀ। ਗੁਰੂ ਘਰ ਦੀਆਂ ਬਰਕਤਾਂ ਤੇਰੇ ਘਰ 'ਚ ਵਾਧਾ ਕਰ ਰਹੀਆਂ ਸਨ। ਲਿਆਵਤ ਚਰਾਚਰੀ ਚੇ ਦੋਏ। ਉਹ ਚਿੜੀ ਚਿੜੇ ਜਿਹੜੇ ਲਿਆਉਂਦੇ ਸਨ, ਸਤ ਸੰਗਤ ਅਚਵਨ ਤੇ ਜਾਣਹੁ। ਸੰਗਤ ਛਕਦੀ ਸੀ ਤੋਹਿ ਸੰਪਦਾ ਪ੍ਰਾਪਤ ਸੋਏ। ਤਾਂ ਤੈਨੂੰ ਇੰਨਾ ਕੁਝ ਮਿਲਦਾ ਸੀ। ਛਪਰੀ ਤੁਰ ਗਏ ਸੇ ਅਨੰਤ। ਤੂੰ ਆਪਣਾ ਉਹ ਪੁਰਾਣਾ ਮਕਾਨ ਢਾਹ ਦਿੱਤਾ, ਛਣ ਤੋੜ ਦਿੱਤੀ, ਉਹ ਚਿੜੀ ਚਿੜੇ ਕਿਤੇ ਹੋਰ ਚਲੇ ਗਏ। ਨਹਿ ਅਬ ਕੁਨਕਾ ਆਵਨ ਹੋਏ। ਤੇਰੇ ਘਰੋਂ ਹੁਣ ਗੁਰੂ ਘਰ 'ਚ ਦਾਣਾ ਨਹੀਂ ਆਉਂਦਾ। ਜਿਸ ਕੇ ਚਾਹ ਸੰਪਦਾ ਹੋਵੇ। ਹਾਂ ਭਾਈ, ਜਿਹਦੇ ਮਨ 'ਚ ਇਹ ਇੱਛਾ ਹੈ ਨਾ ਵੀ ਮੇਰਾ ਘਰ ਰਾਜੀ ਹੋਵੇ, ਖੁਸ਼ਹਾਲ ਹੋਵੇ, ਧਨ ਧਨ ਦੀ ਕਮੀ ਨਾ ਹੋਵੇ, ਅੰਨ ਧਨ ਬਹੁਤ ਹੋਵੇ, ਉਹਨੂੰ ਚਾਹੀਦਾ ਹੈ ਸਤ ਸੰਗਤ ਭੋਜਨ ਅਚਵਾਏ। ਤੇ ਗੁਰੂ ਦੀ ਸੰਗਤ ਦੀ ਲੰਗਰ ਨਾਲ ਸੇਵਾ ਕਰੇ, ਸੰਗਤ ਨੂੰ ਪ੍ਰਸ਼ਾਦਾ ਛਕਾਉਣ। ਗੁਰੂ ਦੇ ਲੰਗਰਾਂ 'ਚ ਆਟਾ, ਦਾਲ, ਰਸਤਾਂ ਬਸਤਾਂ, ਮਾਇਆ, ਦਸਵੰਧ ਅਰਪਣ ਕਰਨਾ। ਗੁਰੂ ਕੀ ਸੰਗਤ ਕੀਰਤਨ ਸੁਣਨ ਆਉਂਦੀ ਹੈ ਗੁਰਦੁਆਰੇ 'ਚ, ਲੰਗਰ ਤੋਂ ਭੁੱਖੀ ਨਾ ਜਾਵੇ। ਇਹ ਸਾਡੀ ਜ਼ਿੰਮੇਵਾਰੀ ਗੁਰਸਿੱਖਾਂ ਦੀ, ਸਾਰਿਆਂ ਦੀ। ਆਪਣਾ ਹਿੱਸਾ ਸਾਰਿਆਂ ਨੂੰ ਗੁਰੂ ਦੇ ਲੰਗਰ 'ਚ ਪਾਉਣਾ ਚਾਹੀਦਾ ਹੈ। ਜਥਾ ਸ਼ਕਤ ਥੋਰੇ ਮਹਿ ਥੋਰੋ। ਥੋੜੇ 'ਚ ਥੋੜਾ, ਜਦ ਜਿੰਨੀ ਸ਼ਕਤੀ। ਇਹ ਨਹੀਂ ਵੀ ਜੇ ਮੇਰੇ ਕੋਲ ਹੈ ਨਹੀਂ ਮੈਂ ਨਹੀਂ ਕਰਨੀ, ਨਹੀਂ। ਥੋੜੇ 'ਚ ਥੋੜਾ, ਬਹੁਤੇ 'ਚ ਬਹੁਤਾ। ਉਹ ਗੁਰੂ ਦਾ ਦਸਵੰਧ ਸਾਰਿਆਂ ਨੂੰ ਥੋੜੇ ਤੋਂ ਥੋੜਾ ਕੱਢਣਾ ਚਾਹੀਦਾ ਹੈ। ਦੇ ਕਰ ਸੇਵਾ ਹੈ ਪ੍ਰੇਮ ਉਪਾਏ। ਜਿਹੜਾ ਪ੍ਰੇਮ ਨਾਲ ਦਸਵੰਧ ਦਿੰਦਾ ਹੈ, ਭਾਵੇਂ ਇੱਕ ਦਾਣਾ ਹੀ ਪਾਵੇ ਗੁਰੂ ਦੇ ਲੰਗਰ, ਇੱਕ ਪੈਸਾ ਹੀ ਪਾਵੇ, ਇੱਕ ਥੇਲੀ ਪਾਵੇ, 1 ਰੁਪਈਆ ਪਾਵੇ, ਜੋ ਕਿੰਨੀ ਸਮਰੱਥਾ ਹੈ ਉਹਦਾ ਹੀ ਉਹਨੂੰ ਫਲ ਮਿਲਣਾ ਹੈ। ਤਿਸ ਕੇ ਜਾਏ ਸਹਾਇ ਕਰੋ ਮੈਂ। ਉਹਦੀ ਫਿਰ ਮੈਂ ਸਹਾਇਤਾ ਕਰਦਾ, ਉਹਦੀ ਫਿਰ ਮੈਂ ਕਿਤੇ ਪਿੱਠ ਨਹੀਂ ਲੱਗਣ ਦਿੰਦਾ। ਮਹਾਰਾਜ ਕਹਿੰਦੇ ਆ ਉਹਦੀ ਫਿਰ ਮੈਂ ਇੰਨੀ ਸਹਾਇਤਾ ਕਰਦਾ, ਉਹਨੂੰ ਅੰਨ ਧਨ ਦੀ ਕਮੀ ਨਹੀਂ ਆਉਂਦੀ, ਜਿਹੜਾ ਗੁਰੂ ਦੇ ਲੰਗਰ 'ਚ ਸੰਗਤਾਂ ਦੇ ਲਈ ਦਿੰਦਾ ਹੈ। ਦਰਦ ਦੁਖ ਦਾ ਸਭ ਬਿਨਸਾਏ। ਉਹਦੇ ਦੁੱਖ ਦਲਿੱਦਰ ਸਭ ਦੂਰ ਹੋ ਜਾਂਦੇ ਨੇ। ਸੋ ਤੁਮ ਕਰ ਅਬ ਅਨ ਔਰ ਧਨ। ਮਹਾਰਾਜ ਕਹਿਣ ਲੱਗੇ ਸਿੱਖਾ ਭਾਈ ਹੁਣ ਤੂੰ ਵੀ ਇਦਾਂ ਕਰ, ਜਿਹੜਾ ਤੇਰੇ ਘਰੋਂ ਅੱਗੇ ਦਸਵੰਧ ਹੁੰਦਾ ਸੀ ਫੇਰ ਪਾਣਾ ਸ਼ੁਰੂ ਕਰ। ਆਪਣੇ ਘਰ 'ਚ ਥੋੜੇ 'ਚ ਥੋੜਾ ਕੱਢਿਆ ਕਰ, ਗੁਰੂ ਕੇ ਲੰਗਰ 'ਚ ਹਿੱਸਾ ਪਾਇਆ ਕਰ। ਹਾਂਜੀ, ਹੋਏ ਅਦਕ ਸੁਖ ਕੋ ਲਿਹੁ ਪਾਏ। ਬੜੇ ਸੁੱਖ ਮਿਲਣਗੇ, ਬੜੀਆਂ ਖੁਸ਼ੀਆਂ ਮਿਲਣਗੀਆਂ। ਜਾਂ ਤੇ ਕਿਰਤ ਧਰਮ ਕੀ ਕਰ ਕੈ। ਇਸ ਕਰਕੇ ਧਰਮ ਦੀ ਕਿਰਤ ਕਰਕੇ ਨਿਜ ਆਹਾਰ ਤੇ ਅੰਸ ਚੁਥਾਏ। ਉਹਦੇ ਵਿੱਚੋਂ ਜਿਹੜਾ ਆਪਣਾ ਅੰਨ ਆਉਂਦਾ ਹੈ ਘਰ ਦੇ ਵਿੱਚ, ਉਹਦਾ ਚੌਥਾ ਹਿੱਸਾ ਜਾਂ 10ਵਾਂ ਹਿੱਸਾ ਗੁਰੂ ਕੇ ਲੰਗਰ 'ਚ ਪਾਇਆ ਕਰ। ਜੋ ਹੋਏ ਰੰਕ ਸੋ ਅਰਪੈ ਗੁਰ ਹਿਤ। ਜੇ ਗੁਰਦੁਆਰੇ ਦੂਰ ਨੇ, ਮੰਨ ਲਓ ਲੰਗਰ ਦੂਰ ਹੈ ਗੁਰੂ ਦਾ, ਤਾਂ ਇਹ ਵੀ ਭਰਮ ਨਹੀਂ ਕਰਨਾ ਵੀ ਉੱਥੇ ਹੀ ਕੀਰਤਪੁਰ ਸਾਹਿਬ ਹੀ ਜਾਣਾ। ਜਿੱਥੇ ਵੀ ਤੁਸੀਂ ਬੈਠੇ ਹੋ ਉੱਥੇ ਹੀ ਗਰੀਬ ਭੁੱਖਾ ਕੋਈ ਮਿਲੇ ਉਹਨੂੰ ਪ੍ਰਸ਼ਾਦਾ ਛਕਾ ਦਿਓ, ਗੁਰੂ ਦਾ ਲੰਗਰ ਹੀ ਹੈ। ਹਾਂਜੀ, ਦਿਨ ਪ੍ਰਤ ਸੰਪਦ ਗ੍ਰਹਿ ਬਿਰਧਾਏ। ਤੁਹਾਡੇ ਵਾਧਾ ਹੋਵੇਗਾ, ਦਿਨੋਂ ਦਿਨ ਵਾਧਾ ਹੋਵੇਗਾ, ਘਰ ਦੇ ਵਿੱਚ ਕਮੀ ਨਹੀਂ ਕੋਈ ਰਹੇਗੀ।
ਹਾਂਜੀ है स्वरूप मेरो सत संगत ਮਹਾਰਾਜ ਕਹਿੰਦੇ ਸਾਧ ਸੰਗਤ ਮੇਰਾ ਰੂਪ ਹੈ। ਹਾਂਜੀ सो अच वह मुझको पहुँचाए ਜਦੋਂ ਮੇਰੀ ਸੰਗਤ ਛਕਦੀ ਹੈ ਨਾ, ਉਹ ਮੇਰੇ ਕੋਲ ਹੀ ਪਹੁੰਚਦਾ ਸਾਰਾ ਪ੍ਰਸ਼ਾਦਾ, ਮੈਂ ਹੀ ਛਕਦਾ ਹਾਂ। ਹਾਂਜੀ हलत पलत सद रहत इस सिख के ਉਸ ਸਿੱਖ ਦਾ ਲੋਕ ਵੀ ਸੁਧਰ ਜਾਂਦਾ, ਉਹਦਾ ਪਰਲੋਕ ਵੀ ਸੁਧਰ ਜਾਂਦਾ, ਜਿਹੜਾ ਗੁਰੂ ਕੀ ਸੰਗਤ ਨੂੰ ਪ੍ਰਸ਼ਾਦਾ ਛਕਾਉਂਦਾ ਹੈ। कर भोजन को सिख अचवाए ਜਿਹੜਾ ਭੋਜਨ ਕਰਕੇ ਸਿੱਖਾਂ ਨੂੰ ਛਕਾਉਂਦਾ, ਘਰ ਆਏ ਨੂੰ ਸਾਧ ਸੰਗਤ ਜੀ ਪ੍ਰਸ਼ਾਦਾ ਛਕਾਉਣਾ ਗੁਰਸਿੱਖ ਨੂੰ, ਇਹ ਗੁਰਮਤਿ ਦਾ ਸਭ ਤੋਂ ਵੱਡਾ ਮਹਾਨ ਅਸੂਲ ਹੈ। ਮਹਾਰਾਜ ਸੱਚੇ ਪਾਤਸ਼ਾਹ ਭਾਈ ਲਾਲੋ ਦੇ ਘਰ ਪਹੁੰਚੇ ਸਨ, ਉਹਨੇ ਕੋਧਰੇ ਦੀ ਰੁੱਖੀ ਰੋਟੀ ਨਾਲ ਹੀ ਸੇਵਾ ਕੀਤੀ ਸੀ, ਪਰ ਸਾਹਿਬ ਜੀ ਨੇ ਕਿਹਾ ਸੀ ਇਹਦੇ ਵਰਗਾ ਸਵਾਦ ਨਹੀਂ ਕਿਤੇ ਆਇਆ। ਤੇ ਮਰਦਾਨੇ ਨੇ ਆਖਿਆ, ਜਦੋਂ ਕੋਧਰੇ ਦੀ ਰੋਟੀ ਆਈ ਨਾ ਪਹਿਲਾਂ ਸਾਹਮਣੇ, ਤੇ ਮਰਦਾਨਾ ਵੇਖ ਕੇ ਨਾ ਥੋੜਾ ਜਿਹਾ ਹੋਰ ਸੋਚਿਆ ਸੀ ਇੰਨੀ ਦੂਰ ਆਇਆ, ਖੀਰ ਕੜਾਹ ਪੂੜੀਆਂ ਮਿਲਣਗੀਆਂ, ਇਹਦਾ ਕੋਧਰੇ ਦੀ ਰੋਟੀ ਕਿਵੇਂ ਲੰਘੇਗੀ ਅੰਦਰ। ਮਹਾਰਾਜ ਕਹਿੰਦੇ ਮਰਦਾਨਿਆ ਸ਼ੰਕਾ ਨਾ ਕਰ, ਛਕ। ਜਦੋਂ ਛਕਿਆ ਤੇ ਮਰਦਾਨਾ ਆਸ਼ਸ਼ ਕਰ ਉੱਠਿਆ, ਕਹਿੰਦਾ ਮਹਾਰਾਜ ਬੜੇ ਪਕਵਾਨ ਖਾਧੇ ਪਰ ਇਹੋ ਜਿਹਾ ਸਵਾਦ ਨਹੀਂ ਕਿਤੇ ਆਇਆ। ਤੋ ਮਹਾਰਾਜ ਕਹਿੰਦੇ ਜਿਹੜਾ ਇਹੋ ਜਿਹੀ ਭਾਵਨਾ ਨਾਲ ਪ੍ਰਸ਼ਾਦ ਬਣਾ ਕੇ ਛਕਾਵੇ, ਮਹਾ ਅੰਮ੍ਰਿਤ ਰਸ ਬਣਦਾ ਹੈ। सबा बिखै गुर सबन सुनाई ਹੁਣ ਮਹਾਰਾਜ ਨੇ ਆਪਣੀ ਸੰਗਤ ਵਿੱਚ ਸਾਰਿਆਂ ਨੂੰ ਸੁਣਾਇਆ, करो सदा इस विध की कार ਭਾਈ ਸਿੱਖੋ ਇਸ ਤਰ੍ਹਾਂ ਕਰਿਆ ਕਰੋ, जो मुझ अर्प है शरदा उर धर ਜਿਹੜਾ ਮੇਰੇ ਨਿਮਿਤ ਕੋਈ ਦਸਵੰਧ ਕੱਢੇਗਾ ਸ਼ਰਧਾ ਦੇ ਨਾਲ, होए सहंस गुना बिसथार ਉਹ ਗੁਰੂ ਕੀ ਸੰਗਤ ਨੂੰ ਛਕਾਵੇ, ਹਜ਼ਾਰਾਂ ਗੁਣਾ ਵਾਧਾ ਹੋਵੇਗਾ, ਹਜ਼ਾਰਾਂ ਗੁਣਾ। ਹਾਂਜੀ थोरो बहुत विचार न काई ਇਹ ਨਹੀਂ ਵਿਚਾਰ ਕਰਨੀ ਮੇਰੇ ਕੋਲ ਥੋੜਾ ਹੈ ਬਹੁਤ ਹੈ, ਜਿੰਨਾ ਕਰ ਸਕਦੇ ਹੋ। ਜੇ ਇੱਕ ਪ੍ਰਸ਼ਾਦਾ ਛਕਾ ਸਕਦੇ ਹੋ, ਇੱਕ ਹੀ ਛਕਾ ਦਿਓ ਕਿਸੇ ਨੂੰ, ਉਹਦਾ ਵੀ ਤੁਹਾਨੂੰ ਫਲ ਮਿਲੇਗਾ, ਜ਼ਰੂਰ ਮਿਲੇਗਾ। ਹਾਂਜੀ जथा शक्त अर प्रेम वजार ਜਥਾ ਸ਼ਕਤੀ ਪ੍ਰੇਮ ਨਾਲ ਸੇਵਾ ਕਰੋ, इसमें है भलो आपनो जानै ਇਹਦੇ ਚ ਭਲਾ ਜਾਣੇ। तेह प्राप्त जेह भाग उदार ਉਹ ਜਿਸ ਨੂੰ ਇਹ ਪ੍ਰਾਪਤ ਹੋਵੇਗਾ ਉਹਦੇ ਭਾਗ ਚੰਗੇ ਹੈ। ਸਾਧ ਸੰਗਤ ਜੀ ਅੱਜ ਇਹ ਚੀਜ਼ਾਂ ਫਿਰ ਸੁਣਨੀਆਂ, ਮੰਨਣੀਆਂ ਤੇ ਵਿਚਾਰਨੀਆਂ ਪੈਣੀਆਂ ਜੇ ਅਸੀਂ ਖਾਲਸੇ ਜੀ ਦੇ ਬੋਲ ਬਾਲੇ ਚਾਹੁੰਦੇ ਹਾਂ। ਪਰ ਇਹ ਗੱਲਾਂ ਦਾ ਤਾਂ ਹੁਣ ਸਾਨੂੰ ਖਿਆਲ ਜੀ ਕੋਈ ਨਹੀਂ, ਇਹ ਗੱਲਾਂ ਦਾ ਸੁਣ ਕੇ ਰਾਜੀ ਨਹੀਂ ਕੋਈ, ਤੇ ਫਿਰ ਸਿੱਖੀ ਦੇ ਦਾਅਵੇ ਕਰਦੇ ਹਾਂ ਬੜੇ ਬੜੇ ਵੱਡੇ ਵੱਡੇ, ਕੁਛ ਨਹੀਂ ਹੋਣਾ। ਗੁਰੂ ਸਾਹਿਬ ਦੇ ਬਚਨਾਂ ਨਾਲ ਹੀ ਚੜ੍ਹਦੀ ਕਲਾ ਹੋਣੀ ਹੈ। ਜੇ ਕੋ ਬਚਨ ਕਮਾਵੇ ਸੰਤਨ ਕਾਸੋ, ਗੁਰ ਪ੍ਰਸਾਦੀ ਤਰੀਐ। ਬੋਲਾਂ ਚੁੱਕਾ ਲਿਖੀ ਮਾਂ, ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ।